सत श्री अकाल, तुसीं लोकराज चैनल पंजाबी देख रहे हो। मैं तुहाडे नाल सुखविंदर सिंह। अज असीं सीधे सवाल करांगे पंजाब, पंजाबीयत ते सिखां नूं लैके कि आखिरकार लगातार ये मंग क्यों उठदी आउंदी है कि सिखां नूं एक वखरा अपना मुल्क चाहीदा है, खालिस्तान दी मंग उठदी है। पर अजिहियां मंगां क्यों उठदियां ने? 47 तो पहलां सिखां दी दशा किस तरह की सीगी, बाद दे विच ये दशा दिशा किवें बदलती गई, किवें हालात बदलते गए, किवें अज भी जिहड़ा वो पंजाबी या सिख कह लो या पंजाब सूबा कह लो एक वक्री रियासत की मंग करता आ रहा है। तो ये कदों तक चलता रहेगा, कदों तक शहादत होंदियां रहणगियां, कदों तक अपनी हकी मंगां नूं लैके जां इस तरह महसूस होंदा रहेगा कि असीं इस मुल्क दे विच रहिंदे भी बेगाने आ। इस सब दे उत्ते असीं गलबात करांगे क्योंकि बड़ा पुराना इतिहास जिहड़ा है वो वाचना बेहद जरूरी है ताकि सानूं पता लग सके कि असीं कित्थों आए हां ते असीं कित्थे तक जाना है। मेरे नाल इस सब दे उत्ते गलबात करन लई अकाली दल अमृतसर के सीनियर आगू प्रोफैसर महिंदरपाल सिंह मौजूद ने। प्रोफैसर साहब तुहाडा स्वागत है लोकरंग ते। सत श्री अकाल जी। प्रोफैसर साहब, हर वार सिख कौम ये महसूस क्यों करती है कि असी अपने मुल्क दे विच जां अपने घर दे विच असी बेगानियां वांगू सानू एहसास करवाया जाता है, फिर किते ना किते मंग उठन लग जाती है कि खालिस्तान जरूर चाहिए। ये जे आपां 47 तो पहलां दी गल करिए कि आज़ादी तो पहलां इहो जिहा किहड़ा सिनैरियो बनाया गया कि बाद दे विच असी इधरले पासे आ गए, सिख कौम इधरले पासे आ गई ते मुल्क वंडे गए, पर फिर भी जिहड़ा वो एक भाईचारक सांझ कह लो कि एक वखरेवापन जा उस दे विच नज़र आया। ਤੁਹਾਡਾ सवाल बहुत वधिया है, पर यह जिहड़ा सवाल है इस तो पहला जिन्ना भी मैं मीडिया दे विच देखिया है वो टुटवें रूप च पुछया गया है। किसी ने 47 की गल की, वो अगलियां गल्लां ना कर सकिया, किसी ने 55 ते 66 की गल की, वो पिछलियां गल्लां ते अगलियां गल्लां ना कर सकिया, कोई शुरू ही 78 तो करता है, कोई होर 84 तो शुरू कर लेंदा है, कोई उस तो बाद सारा कुछ छड्ड के बेअंत सिंह चीफ मिनिस्टर तो शुरू कर लेंदा है। इदां करके विद इन पार्ट्स कदे भी एडी वड्डी समस्या जिहड़ी है वो समझी नहीं जा सकती। बिल्कुल। हुण तुसीं जो मैनूं पुछिआ है कि 47 हुण 47 एक फिगर हो गई। 1947 दे विच ब्रिटिशर्स दे जाण तो बाद दे समय ਇਹ ਇੱਕ ਦੇਸ਼ ਦੋ ਦੇਸ਼ਾਂ ਵਿੱਚ ਵੰਡਿਆ ਗਿਆ ਜੀ। ਉਹਦੀ ਕੀ ਪਲੈਨਿੰਗ ਸੀ, ਕੀ ਮਜਬੂਰੀ ਸੀ, ਇਹ ਕਦੇ ਵੀ ਕੋਈ ਨਾ ਤਾਂ ਰਾਜਨੀਤਿਕ ਨੇਤਾ ਨਾ ਕੋਈ ਕਿਤਾਬ ਇਹਨੂੰ ਪੂਰਨ ਤੌਰ ਤੇ ਡਿਫਾਈਨ ਨਹੀਂ ਕਰ ਸਕੀ ਕਿ ਇਹ ਇੱਕ ਤੋਂ ਦੋ ਮੁਲਕ ਕਿਵੇਂ ਹੋ ਗਏ, ਜਦ ਕਿ ਜਦੋਂ ਉਹਨਾਂ ਦੀ ਮੰਗ ਕਦੇ ਵੀ ਦੋ ਮੁਲਕਾਂ ਦੀ ਨਹੀਂ ਰਹੀ। ਜਦੋਂ ਅਸੀਂ 1901 ਤੋਂ ਲੈ ਕੇ 1947 ਤੱਕ ਦੇ ਅੱਡ-ਅੱਡ ਰੂਪਾਂ ਦੇ ਵਿੱਚ ਇੰਡੀਪੈਂਡੈਂਸ ਸਟਰਗਲ ਨੂੰ ਦੇਖਦੇ ਹਾਂ, ਉਹਦੇ ਵਿੱਚ ਹਰ ਇੱਕ ਕੌਮ ਦੇ ਬੰਦੇ ਸਿੱਖ, ਮੁਸਲਮਾਨ, ਹਿੰਦੂ ਆਪਣੇ ਆਪਣੇ ਹਿਸਾਬ ਨਾਲ ਲੜੇ ਨੇ। ਹਾਲਾਂਕਿ ਰੇਸ਼ੋ ਦੇ ਹਿਸਾਬ ਨਾਲ ਸਿੱਖਾਂ ਦੀ ਕੁਰਬਾਨੀਆਂ ਜ਼ਿਆਦਾ ਨੇ, ਪਰ ਕਿਸੇ ਵੀ ਸੰਘਰਸ਼ੀ ਜਾਂ ਉਸ ਵਕਤ ਦੇ ਜਿਹਨੂੰ ਕਹਿੰਦੇ ਆ ਵੀ ਸੁਤੰਤਰਤਾ ਸੈਨਾਨੀ ਜਿਹਨੂੰ ਕਹਿ ਦਿੰਦੇ ਨੇ ਇਹ ਲਫ਼ਜ਼ ਸਮਝਣ ਵਾਸਤੇ, ਉਹਨਾਂ ਨੇ ਕਦੇ ਵੀ ਦੋ ਮੁਲਕਾਂ ਦੀ ਮੰਗ ਨਹੀਂ ਸੀ ਕੀਤੀ। ਉਹਨਾਂ ਨੇ ਸਿਰਫ ਇੱਕੋ ਹੀ ਮੰਗ ਕੀਤੀ ਸੀ ਕਿ ਬ੍ਰਿਟਿਸ਼ਰ ਵਿਦੇਸ਼ੀ ਹੈ, ਉਹ ਸਾਡੇ ਖਿੱਤੇ ਚੋਂ ਚਲਾ ਜਾਵੇ। ਮੈਂ ਲਫ਼ਜ਼ ਖਿੱਤਾ ਵਰਤਿਆ, ਦੇਸ਼ ਤਾਂ ਇੱਕ ਹੀ ਸੀਗਾ, ਖਿੱਤਾ ਜ਼ਰੂਰ ਸੀ। ਉਹ ਅਫਗਾਨਿਸਤਾਨ ਤੋਂ ਉਰਲੇ ਪਾਸਿਓਂ ਸਿੰਧ ਤੋਂ ਸ਼ੁਰੂ ਹੋ ਕਰਕੇ ਆ ਕੰਨਿਆ ਕੁਮਾਰੀ ਤੱਕ ਆਉਂਦਾ ਹੈ, ਇਹ ਇੱਕ ਖਿੱਤਾ ਹੈ। ਉਸ ਖਿੱਤੇ ਦੀ ਸੰਘਰਸ਼ ਹੋ ਰਿਹਾ ਸੀ। ਪਰ ਅਜਿਹਾ ਕਦੋਂ ਤੇ ਕਿਉਂ ਵਾਪਰਿਆ ਜਿਹੜਾ 1947 ਵਿੱਚ ਬ੍ਰਿਟਿਸ਼ਰਸ ਤਾਂ ਚਲਾ ਗਿਆ, ਜਿਹੜੀ ਮੰਗ ਸੀ, ਪਰ ਇਹ ਤਾਂ ਕਿਸੇ ਦੀ ਮੰਗ ਹੀ ਨਹੀਂ ਸੀ ਵੀ ਇਹ ਦੋ ਹਿੱਸਿਆਂ 'ਚ ਵੰਡ ਦਿੱਤਾ ਜਾਵੇ। ਇੱਥੋਂ ਸ਼ੁਰੂ ਹੁੰਦੀ ਹੈ ਸਾਡੀ ਜਿਹੜੀ ਤੁਸੀਂ ਸਵਾਲ ਪੁੱਛਿਆ ਸਿੱਧੇ ਰੂਪ 'ਚ ਕਿ ਤੁਸੀਂ ਸਿੱਖ ਕੌਮ ਫਰਸਟ੍ਰੇਟਡ ਕਿਉਂ ਹੋ। ਬਿਲਕੁਲ। ਉੱਥੋਂ ਸਾਡੀ ਫਰਸਟ੍ਰੇਸ਼ਨ ਸ਼ੁਰੂ ਹੁੰਦੀ ਹੈ ਕਿ ਪਹਿਲੀ ਗੱਲ ਤਾਂ ਮੈਂ ਕਹਿੰਦਾ ਕਿ ਕੌਮੀ ਲੜਾਈ, ਕੌਮੀ ਲੜਾਈ ਜਿਹੜੀ ਸੀ ਉਹ ਜਿਹੜੀ ਮੈਂ ਪਹਿਲਾਂ ਬਿਆਨ ਕੀਤਾ ਹੈ, ਉਹ ਸਾਰੀਆਂ ਧਿਰਾਂ ਆਪਣੇ ਤੌਰ ਤੇ ਲੜ ਰਹੀਆਂ ਸੀ, ਪਰ ਜਦੋਂ ਕੌਮੀ ਲੜਾਈ ਕੌਮਾਂ ਦੀ ਲੜਾਈ ਦੇ ਵਿੱਚ ਬਦਲ ਗਈ, ਬਿਲਕੁਲ, ਉਦੋਂ ਕੌਮਾਂ ਅੱਡ-ਅੱਡ ਰੂਪ 'ਚ ਆਪਣਾ ਆਪਣਾ ਪੱਖ ਦੇਖਦੀਆਂ ਨੇ। ਸਿੱਖਾਂ ਨੇ ਆਪਣਾ ਪੱਖ ਦੇਖਣਾ ਹੈ, ਹਿੰਦੂ ਕੌਮ ਨੇ ਆਪਣਾ ਪੱਖ ਦੇਖਣਾ ਹੈ, ਮੁਸਲਮਾਨ ਕੌਮ ਨੇ ਆਪਣਾ ਪੱਖ ਦੇਖਣਾ ਹੈ। ਜਦੋਂ ਫੈਸਲਾ ਹੋ ਗਿਆ ਕਿ ਹਿੰਦੂ ਲੋਕ ਹਿੰਦੁਸਤਾਨ 'ਚ ਰਹਿਣਗੇ
ਤੇ ਜਿਹੜੇ ਮੁਸਲਮਾਨ ਚਾਹੁੰਦੇ ਨੇ ਹਿੰਦੁਸਤਾਨ ਚ ਆ ਜਾਣ, ਜੇ ਚਾਹਣ ਤਾਂ ਉਹ ਪਾਕਿਸਤਾਨ ਵੀ ਜਾ ਸਕਦੇ ਨੇ ਜੀ। ਇਹ ਫੈਸਲਾ ਕਿਹਨੇ ਕੀਤਾ? ਇਹ ਫੈਸਲਾ ਮੈਨੂੰ ਲੱਗਦਾ ਹੈ, ਜਿੰਨਾ ਕਿ ਮੈਂ ਸਟੱਡੀ ਕੀਤਾ ਹੈ ਜੀ, ਬਈ ਇਹ ਬ੍ਰਿਟਿਸ਼ਰਸ ਦੇ ਏਜੰਟ ਸੀ ਜੀ, ਜਿਹੜੇ ਬ੍ਰਿਟਿਸ਼ਰਸ ਦੇ ਨਾਲ ਹੀ ਰਹੇ ਤੇ ਪੜ੍ਹੇ, ਜਿਨ੍ਹਾਂ ਦਾ ਨਾਮ ਆਉਂਦਾ ਹੈ ਸਭ ਤੋਂ ਪਹਿਲਾਂ ਤਾਂ ਹੈ ਉਹ ਗਾਂਧੀ, ਮਹਾਤਮਾ ਗਾਂਧੀ ਜੀ, ਮੋਹਨ ਚੰਦ ਕਰਮਚੰਦ ਗਾਂਧੀ ਜੋ ਹੈ, ਮੋਹਨਦਾਸ ਕਰਮਚੰਦ ਗਾਂਧੀ। ਦੂਜਾ ਨਾਮ ਹੈ ਪਟੇਲ, ਜਿਹੜਾ ਆਰਐਸਐਸ ਦਾ ਸਭ ਤੋਂ ਅਹਿਮ ਬੰਦਾ ਸੀ ਜੀ। ਜਿਹੜਾ ਤੀਜਾ ਨਾਮ ਹੈ ਨਹਿਰੂ ਤੇ ਮੋਤੀ ਲਾਲ ਨਹਿਰੂ ਜੀ। ਤੇ ਇੰਨਾ ਹੀ ਬਰਾਬਰ ਦਾ ਭਾਈਵਾਲ ਹੈ ਇਹਨਾਂ ਦਾ ਮੁਹੰਮਦ ਅਲੀ ਜਿਨਾ ਜੀ। ਇਹ ਸਾਰੇ ਹੀ ਜਿਹਦਾ ਪਿਛੋਕੜ ਦੇਖੋ, ਪਟੇਲ ਨੂੰ ਛੱਡ ਕੇ ਇਹ ਸਾਰੇ ਹੀ ਆਕਸਫੋਰਡ ਦੇ ਵਿੱਚ ਪੜ੍ਹੇ ਨੇ, ਇੰਗਲੈਂਡ ਦੇ ਵਿੱਚ ਪੜ੍ਹੇ ਨੇ ਜਾਂ ਅਫਰੀਕਾ 'ਚ ਪੜ੍ਹੇ ਨੇ, ਭਾਵ ਅੰਗਰੇਜ਼ਾਂ ਦੇ ਕੋਲ ਪੜ੍ਹੇ ਨੇ। ਸੋ ਉਹਨਾਂ ਦੀ ਪਾਲਿਸੀ ਨੂੰ ਉਹ ਸਮਝਦੇ ਸੀ ਤੇ ਇਹਨਾਂ ਨੂੰ ਉਹ ਸਮਝਦੇ ਸੀ। ਸੋ ਇਹਨਾਂ ਨੇ ਆਪਣੇ ਆਪਣੇ ਕੌਮ ਨੂੰ ਰਾਜ ਦੇਣ ਲਈ ਤੇ ਆਪ ਰਾਜਸੀ ਨੇਤਾ ਬਣਨ ਦੇ ਤੌਰ ਤੇ ਇਸ ਦੇਸ਼ ਨੂੰ ਵੰਡ ਦਿੱਤਾ। ਹੁਣ ਅਗਲੀ ਗੱਲ ਜਿਹੜੀ ਸਾਡੇ ਦਰਦ ਦੀ ਹੈ, ਇੱਕ ਤਾਂ ਵੰਡਣ ਦੇ ਅਸੀਂ ਹੱਕ 'ਚ ਨਹੀਂ ਸੀਗੇ, ਜੇ ਵੰਡਣਾ ਵੀ ਸੀ ਤਾਂ ਘੱਟੋ ਘੱਟ ਜਿਹੜੀਆਂ ਕੌਮਾਂ ਜਿੱਥੇ ਰਹਿੰਦੀਆਂ ਨੇ ਉਹਨਾਂ ਨੂੰ ਪੂਰਨ ਤੌਰ ਤੇ ਉਹਨਾਂ ਦੇ ਖਿੱਤੇ ਦਿੱਤੇ ਜਾਣ। ਬਿਲਕੁਲ। ਉਦਾਹਰਨ ਦੇ ਤੌਰ ਤੇ ਕੁਝ ਬਿਹਾਰੀ ਲੋਕ ਨੇ, ਕੁਝ ਉੱਤਰ ਪ੍ਰਦੇਸ਼ ਦੇ ਲੋਕ ਨੇ, ਕੁਝ ਮਹਾਰਾਸ਼ਟਰ ਦੇ ਲੋਕ ਨੇ, ਉਹ ਤਾਂ 1947 ਚ ਵੀ ਉੱਥੇ ਹੀ ਬੈਠੇ ਸੀ ਜਿੱਥੇ ਉਹ ਅੱਜ ਬੈਠੇ ਨੇ। ਬਿਲਕੁਲ। ਪਰ ਜੇ ਪੰਜਾਬੀਆਂ ਦੀ ਗੱਲ ਕਰੀਏ, ਪੰਜਾਬ ਦਾ ਵੱਡਾ ਹਿੱਸਾ ਪਾਕਿਸਤਾਨ 'ਚ ਚਲਾ ਗਿਆ ਤੇ ਛੋਟਾ ਹਿੱਸਾ ਜਿਹੜਾ ਉਰਲੇ ਪਾਸੇ ਆ ਗਿਆ। ਹੁਣ ਉਹ ਇੱਕ ਵਿਸ਼ਵਾਸ 'ਚ ਆਇਆ, ਸਾਡੇ ਲੀਡਰਾਂ ਨੇ ਗਲਤ ਫੈਸਲਾ ਲਿਆ, ਸਿੱਖਾਂ ਦੇ ਲੀਡਰਾਂ ਨੇ, ਕਿ ਉਹਨਾਂ ਨੇ ਵਿਸ਼ਵਾਸ ਕਰ ਲਿਆ ਜਿਹੜੇ ਕੌਮਾਂ ਹੁੰਦੀਆਂ ਨੇ ਨਾ, ਉਹ ਕੌਮਾਂ ਦੇ ਕੋਈ ਮਿੱਤਰ ਜਾਂ ਦੁਸ਼ਮਣ ਨਹੀਂ ਹੁੰਦੇ। ਪ੍ਰੋਫੈਸਰ ਸਾਹਿਬ, ਮੈਂ ਇੱਥੇ ਜਾਣਨਾ, ਸ਼ਾਇਦ ਦਰਸ਼ਕ ਵੀ ਜਾਣਨਾ ਚਾਹਣਗੇ ਕਿ ਜਦੋਂ ਤੋਂ ਆਪਾਂ ਗੱਲ ਕਹਿੰਦੇ ਆ ਕਿ ਪੰਜਾਬ ਦਾ ਵੱਡਾ ਹਿੱਸਾ ਪਾਕਿਸਤਾਨ ਤੇ ਛੋਟਾ ਹਿੱਸਾ ਇੱਧਰ, ਉਹ ਹਿੱਸਾ ਕਿੰਨਾ ਸੀ ਤਾਂ ਕਿ ਪਤਾ ਲੱਗ ਸਕੇ ਨਾ, ਇਹ ਨਾ ਹੋਵੇ ਕਿ ਗਿਣਤੀਆਂ ਮਿਣਤੀਆਂ ਨਾ ਪਤਾ ਲੱਗਣ। ਹਿੱਸੇ ਦਾ ਇਹ ਹੈ ਕਿ ਬਿਲਕੁਲ ਸਪਸ਼ਟ ਤੁਸੀਂ ਕਿਤਾਬਾਂ ਵਿੱਚ ਰੈਵਨਿਊ ਰਿਕਾਰਡ ਦੇ ਵਿੱਚ ਦੇਖ ਸਕਦੇ ਹੋ, ਜਦੋਂ ਮਹਾਰਾਜਾ ਰਣਜੀਤ ਸਿੰਘ ਰਾਜ ਕਰਦੇ ਸੀ ਉਹਨਾਂ ਦਾ ਰਾਜ ਬਹੁਤ ਵਿਸ਼ਾਲ ਸੀ, ਪਰ ਜੇ ਉਸ ਰਾਜ ਚੋਂ ਪੰਜਾਬ ਦੀ ਗੱਲ ਕਰੀਏ ਵੀ ਪੰਜਾਬ ਦਾ ਖੇਤਰਫਲ ਕਿੰਨਾ ਸੀ ਤਾਂ ਉਹ 3.5 ਲੱਖ ਵਰਗ ਹੈਕਟੇਅਰ ਜਿਹੜਾ ਸੀ, ਵਰਗ ਕਿਲੋਮੀਟਰ ਹਿੱਸਾ ਜਿਹੜਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਪੰਜਾਬ ਦਾ ਸੀ। ਸਿਰਫ ਪੰਜਾਬ ਦਾ, ਜਿਹਨੂੰ 47 ਤੋਂ ਪਹਿਲਾਂ ਵਾਲੇ ਪੰਜਾਬ ਦਾ। ਉਹ ਜਦੋਂ 47 ਹੋਇਆ 3.5 ਲੱਖ ਵਰਗ ਕਿਲੋਮੀਟਰ ਚੋਂ 2 ਲੱਖ ਵਰਗ ਕਿਲੋਮੀਟਰ ਜਿਹੜਾ ਹੈ ਉਹ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਤੇ 1.5 ਲੱਖ ਵਰਗ ਕਿਲੋਮੀਟਰ ਜਿਹੜਾ ਹੈ ਉਹ ਭਾਰਤ ਵਾਲੇ ਪਾਸੇ ਆ ਗਿਆ। ਮਤਲਬ ਤੀਜਾ ਹਿੱਸਾ ਆਇਆ, ਉਹ ਕਹ ਲਓ ਵੀ ਵੱਡਾ ਹਿੱਸਾ ਉਧਰ ਚਲਾ ਗਿਆ, 2 ਲੱਖ, 1.5 ਇੱਧਰ ਆ ਗਿਆ। ਹੁਣ 1.5 ਵਿੱਚੋਂ ਵੀ ਜਦੋਂ ਸਾਰੇ ਇੰਡੀਆ ਦੀ ਵੰਡ ਜ਼ੁਬਾਨ ਦੇ ਆਧਾਰ ਤੇ ਹੋਈ ਹੈ, ਸੂਬਿਆਂ ਦੀ ਵੰਡ ਜਿਹੜੀ ਹੋਈ ਹੈ, ਉਹ ਗੁਜਰਾਤ ਦੀ, ਮਰਾਠਿਆਂ ਦੀ, ਜਿਹੜੇ ਵੀ ਸੂਬੇ ਸੀ, ਕੰਨੜ ਸੀ, ਕੇਰਲਾ ਸੀ, ਸਾਰੇ ਤਾਮਿਲ ਸੀ, ਜ਼ਬਾਨ ਦੇ ਆਧਾਰ ਤੇ ਉਹਨਾਂ ਨੂੰ ਵੰਡਤਾ ਗਿਆ ਵੀ ਇਹ ਜ਼ਬਾਨ ਬੋਲਣ ਵਾਲੇ ਤਾਮਿਲਨਾਡੂ 'ਚ ਆਉਣਗੇ, ਆਹ ਜ਼ਬਾਨ ਬੋਲਣ ਵਾਲੇ ਗੁਜਰਾਤ 'ਚ ਆਉਣਗੇ, ਆਹ ਜ਼ਬਾਨ ਬੋਲ। ਜਦੋਂ ਪੰਜਾਬ ਨੇ ਕਿਹਾ ਕਿ ਪੰਜਾਬੀ ਬੋਲਦਿਆਂ ਦਾ ਵੀ ਇੱਕ ਸੂਬਾ ਬਣਾ ਦਿਓ ਤਾਂ ਉਹਨਾਂ ਨੂੰ ਸਟਰਗਲ ਕਰਨੀ ਪਈ, ਹੋਰ ਕਿਸੇ ਨੂੰ ਸਟਰਗਲ ਨਹੀਂ ਕਰਨੀ ਪਈ। 16 ਸਾਲ 1952 ਤੋਂ ਲੈ ਕੇ 1966 ਤੱਕ ਸਟਰਗਲ ਕਰਨ ਤੋਂ ਬਾਅਦ ਵੀ ਸਾਡੇ ਨਾਲ ਫਿਰ ਧੋਖਾ ਹੋਇਆ। ਇੱਕ ਤਾਂ ਅਸੀਂ 2 ਲੱਖ ਉੱਧਰ ਛੱਡ ਆਏ, ਇੱਕ 1.5 ਲੱਖ ਚੋਂ 1 ਲੱਖ ਫਿਰ ਸਾਡੇ ਤੋਂ ਖੋਲਿਆ। ਸਾਨੂੰ ਸਿਰਫ ਅੱਜ ਜਿੱਥੇ ਅਸੀਂ ਰਹਿੰਦੇ ਹਾਂ ਉਸ ਪੰਜਾਬ, ਜਿਹਨੂੰ ਪੰਜਾਬ ਕਹਿੰਦੇ ਨੇ, ਇੰਡੀਆ ਦੇ ਵਿੱਚ ਉਹਦਾ ਖੇਤਰਫਲ 50,000 ਵਰਗ ਕਿਲੋਮੀਟਰ ਰਹਿ ਗਿਆ। 3.5 ਲੱਖ ਤੋਂ ਅਸੀਂ ਅੱਜ 50,000 ਦੀ ਧਰਤੀ ਤੇ ਬੈਠ ਗਏ ਜੀ। ਪ੍ਰੋਫੈਸਰ ਸਾਹਿਬ, ਜਦੋਂ ਅਸੀਂ ਮਹਾਤਮਾ ਗਾਂਧੀ, ਪਟੇਲ ਹੋਣਾ ਦੀ ਗੱਲ ਕਰਦੇ ਹਾਂ, ਮੁਹੰਮਦ ਅਲੀ ਜਿਨਾਹ ਦੀ ਗੱਲ ਕਰਦੇ ਹਾਂ, ਉਦੋਂ ਜੇਨ ਵਿੱਚ ਇਹ ਵੀ ਆਂਦਾ ਹੋਣਾ ਕਿ ਸਾਡੇ ਸਿੱਖ ਲੀਡਰ ਵੀ ਉਦੋਂ ਹੋਣੇ, ਇਹਨਾਂ ਕੋਲੋਂ ਕੋਈ ਮੰਗ ਢੁਕਵੇਂ ਤੌਰ ਤੇ ਜਾਂ ਮਜ਼ਬੂਤੀ ਤੌਰ ਤੇ ਨਹੀਂ ਰੱਖੀ ਗਈ ਕਿ ਸਾਨੂੰ ਤਾਂ ਜੀ ਸਾਡਾ ਹੱਕ ਇਸ ਤਰ੍ਹਾਂ ਚਾਹੀਦਾ ਤੇ ਅਸੀਂ ਲੈ ਕੇ ਰਹਿਣਾ, ਜਦੋਂ ਬਾਕੀ ਸੂਬੇ ਲੈ ਕੇ ਤਾਂ ਸਾਡੇ ਵਾਲੇ ਕਿਉਂ ਨਹੀਂ ਇਹ ਗੱਲ? ਸੁਖਵਿੰਦਰ ਸਿੰਘ ਜੀ, ਇਹ ਇੱਕ ਸਵਾਲ ਵੀ ਹੈ, ਇਹਦੇ ਵਿੱਚ ਹੀ ਜਵਾਬ ਵੀ ਹੈ ਜੀ। ਪਹਿਲੀ ਗੱਲ ਤਾਂ ਇਹ ਵੀ ਕੋਈ ਵੀ ਸਿੱਖ, ਮੈਂ ਅੱਜ ਬੈਠਾ, ਕੋਈ ਬੈਠਾ, ਸਾਨੂੰ ਇਸ ਗੱਲ ਨੂੰ ਮੰਨ ਲੈਣ ਦੇ ਵਿੱਚ ਕੋਈ ਸ਼ਰਮ ਨਹੀਂ ਹੈ ਕਿ ਸਾਡੇ ਸਿੱਖ ਲੀਡਰ ਉਸ ਵਕਤ ਦੇ 1947 ਦੇ ਇੰਨੇ ਸਿਆਣੇ ਨਹੀਂ ਸੀ ਕਿ ਉਹ ਆਪਣੀ ਕੌਮ ਦਾ ਭਵਿੱਖ ਐਡੇ ਵੱਡੇ ਹਿੰਦੂ ਭਾਈਚਾਰੇ ਦੇ ਵਿੱਚ ਸੁਰੱਖਿਅਤ ਕਿਵੇਂ ਕਰ ਲੈਣਗੇ, ਇਹ ਨਹੀਂ ਉਹ ਸੋਚ ਸਕੇ। ਉਹਨਾਂ ਤੋਂ ਗਲਤੀ ਹੋਈ ਹੈ, ਅਸੀਂ ਇਹ ਗੱਲ ਮੰਨਦੇ ਹਾਂ। ਪਰ ਇਹਦਾ
ਮੁੱਖ ਤੌਰ ਤੇ ਤਾਂ ਮਾਸਟਰ ਤਾਰਾ ਸਿੰਘ ਜੀ ਦਾ ਨਾਮ ਆਉਂਦਾ ਹੈ, ਪਰ ਇਹ ਕਦੇ ਵੀ ਨਹੀਂ ਹੁੰਦਾ ਕਿ ਕੋਈ ਇੱਕ ਲੀਡਰ ਹੀ ਫੈਸਲਾ ਕਰਦਾ ਹੁੰਦਾ। ਉਹਦੇ ਨਾਲ ਬਲਦੇਵ ਸਿੰਘ ਬੈਠੇ ਸੀ, ਉਹਦੇ ਨਾਲ ਹੋਰ ਵੀ ਬੈਠੇ ਸੀ। ਜਦੋਂ ਕਿਤਾਬਾਂ ਪੜ੍ਹਦੇ ਤਾਂ ਕਿੰਨੇ ਹੀ ਨਾਮ ਆ ਜਾਂਦੇ ਨੇ, ਪਰ ਮੁੱਖ ਤੌਰ ਤੇ ਫੈਸਲਾ ਕਰਨ ਦਾ ਜਿਹੜਾ ਅਧਿਕਾਰ ਸੀ ਉਹ ਮਾਸਟਰ ਤਾਰਾ ਸਿੰਘ ਜੀ ਕੋਲ ਸੀ। ਮਾਸਟਰ ਤਾਰਾ ਸਿੰਘ ਇੱਕ 10ਵੀਂ ਪਾਸ ਮਿਡਲ ਸਕੂਲ ਦੇ ਮਾਸਟਰ ਸੀ ਤੇ ਦੂਜੇ ਪਾਸੇ ਆਕਸਫੋਰਡ ਤੋਂ ਵਕੀਲ ਸੀ, ਜਿਨ੍ਹਾਂ ਵੀ ਵਕੀਲ ਸੀ, ਗਾਂਧੀ ਵੀ ਵਕੀਲ ਸੀ, ਨਹਿਰੂ ਵੀ ਵਕੀਲ ਸੀ, ਮੋਤੀ ਲਾਲ ਨਹਿਰੂ ਵੀ ਵਕੀਲ ਸੀ। ਸੋ ਇਸ ਕਰਕੇ ਉਹ ਜੋ ਸਿਸਟਮ ਨੂੰ ਭਾਂਪ ਸਕਦੇ ਸੀ, ਉਹਨਾਂ ਨੇ ਧੋਖਾ ਕਰਕੇ ਬਈ ਮੁਸਲਮਾਨ ਤੇ ਸਿੱਖ ਮਿਲ ਕੇ ਹਾਵੀ ਨਾ ਹੋ ਜਾਣ। ਹਿੰਦੂ ਲੀਡਰਸ਼ਿਪ ਦੀ ਇਹ ਯੋਜਨਾ ਸੀ ਕਿ ਸਿੱਖਾਂ ਨੂੰ ਆਪਣੇ ਵੱਲ ਲੈ ਲਓ, ਉਹਨਾਂ ਤੋਂ ਅੱਡ ਕਰ ਦਿਓ, ਪਰ ਇੱਥੇ ਇਹਨਾਂ ਨੂੰ ਇੰਨਾ ਗੁਲਾਮ ਬਣਾ ਲਓ ਜਿੱਥੋਂ ਤੁਹਾਡਾ ਸਵਾਲ ਸ਼ੁਰੂ ਹੁੰਦਾ ਹੈ ਕਿ ਇਹ ਨਾ ਤਾਂ ਸਾਡੇ ਅੱਗੇ ਬੋਲ ਸਕਣ, ਨਾ ਉਹਨਾਂ ਨਾਲ ਮਿਲ ਸਕਣ। ਸੋ ਉਹ ਜਿਹੜਾ ਫੈਸਲਾ ਸੀ ਉਹ ਨਹੀਂ ਕਰ ਸਕਦੇ। ਪਰ ਇਹਦਾ ਜਵਾਬ ਵੀ ਨਾਲ ਹੀ ਹੈ, ਜੇਕਰ ਕਿਸੇ ਕੌਮ ਦੇ ਲੀਡਰ ਕਿਸੇ ਖਾਸ ਹਾਲਾਤ ਦੇ ਵਿੱਚ ਜਾਂ ਕਿਸੇ ਕਾਰਨ ਕਰਕੇ ਗਲਤੀ ਕਰ ਜਾਣ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਸ ਗਲਤੀ ਨੂੰ ਸਵੀਕਾਰ ਕਰਕੇ ਆਪਣਾ ਭਵਿੱਖ ਹਨੇਰਾ ਹੀ ਰੱਖਣ। ਇਹ ਜਿਹੜੀ ਗੱਲ ਮੈਂ ਹੁਣ ਕਹੀ ਹੈ ਨਾ, ਇਹ ਜਿਹੜਾ ਤੁਹਾਡਾ ਸਵਾਲ ਹੈ ਕਿ ਕਿਉਂ ਫਰਸਟ੍ਰੇਟਡ ਹੋ, ਸਾਡੇ ਲੀਡਰ ਤੋਂ ਗਲਤੀ ਹੋਈ ਇੱਕ ਜ਼ੁਬਾਨ ਦੇ ਵਿਸ਼ਵਾਸ ਤੇ। ਜਦੋਂ ਇਹਨਾਂ ਨੇ ਕਹਿ ਦਿੱਤਾ ਕਿ ਮਾਸਟਰ ਜੀ ਮੁਸਲਮਾਨਾਂ ਨੂੰ ਉੱਧਰ ਜਾਣ ਦਿਓ, ਆਪਾਂ ਹਿੰਦੂ ਤੇ ਸਿੱਖ ਵੱਡੇ ਛੋਟੇ ਭਰਾ, ਅਸੀਂ ਇੱਧਰਲੇ ਪਾਸੇ ਰਹਿ ਜਾਂਦੇ ਹਾਂ। ਭਾਰਤ ਦੇ ਉੱਤਰ ਦੇ ਵਿੱਚ ਇੱਕ ਖਿੱਤਾ ਐਸਾ ਹੋਊਗਾ ਜਿਹਦੇ ਵਿੱਚ ਸਿੱਖ ਵੀ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣ। ਇਹ ਸਟੇਟਮੈਂਟ ਕੇਵਲ ਜ਼ਬਾਨੀ ਨਹੀਂ ਹੈ, ਇਹ ਉਸ ਵਕਤ ਦੇ ਅਖਬਾਰਾਂ ਵਿੱਚ ਵੀ ਹੈ, ਜਿਵੇਂ ਕਿ ਸੀਸਗੰਜ ਗੁਰਦੁਆਰਾ ਸਾਹਿਬ ਤੇ ਕਲਕੱਤੇ ਦੀ ਪਾਰਕ ਦੇ ਵਿੱਚ ਮਹਾਤਮਾ ਗਾਂਧੀ ਦੀਆਂ ਸਟੇਟਮੈਂਟਾਂ ਅਖਬਾਰਾਂ ਛਪੀਆਂ, ਦਾ ਹਿੰਦੂ ਉਸ ਟਾਈਮ ਦੇ ਵਿੱਚ ਛਪੀਆਂ ਨੇ ਕਿ ਜੇਕਰ ਭਾਰਤ ਦੀ ਹਕੂਮਤ ਸਿੱਖਾਂ ਨੂੰ ਆਜ਼ਾਦੀ ਦੇ ਨਿੱਘ ਤੋਂ ਵਾਂਝਾ ਰੱਖਦੀ ਹੈ ਤਾਂ ਸਿੱਖਾਂ ਨੂੰ ਪਤਾ ਹੈ ਕਿ ਉਹਨਾਂ ਨੇ ਆਜ਼ਾਦੀ ਕਿਵੇਂ ਲੈਣੀ ਹੈ ਔਰ ਸਿੱਖ ਲੈ ਲੈਣਗੇ। ਇਹ ਪ੍ਰਿੰਟਡ ਸਪੀਚਸ ਨੇ ਮਹਾਤਮਾ ਗਾਂਧੀ ਦੀਆਂ। ਪ੍ਰੋਫੈਸਰ ਸਾਹਿਬ, ਫਿਰ ਸਿੱਖਾਂ ਨੂੰ ਹੀ ਕਿਉਂ ਦੱਬਿਆ ਗਿਆ, ਕੁਚਲਿਆ ਗਿਆ ਲਗਾਤਾਰ ਇਸ ਤਰ੍ਹਾਂ ਕਿਉਂ? ਕਿਉਂਕਿ ਤਾਂ ਹੀ ਉਹ ਭਾਵਨਾ ਪ੍ਰਗਟ ਹੋਈ ਨਾ ਅੰਦਰੋਂ ਕਿ ਅਸੀਂ ਜਿਹੜਾ ਇਸ ਮੁਲਕ 'ਚ ਆਜ਼ਾਦ ਨਹੀਂ ਹੈਗੇ, ਸਾਨੂੰ ਜਿਹੜਾ ਉਹ ਘੱਟ ਗਿਣਤੀਆਂ ਤੋਂ ਵੀ ਬਦਤਰ ਸਲੂਕ ਕੀਤਾ ਜਾਂਦਾ, ਭਾਵੇਂ ਘੱਟ ਗਿਣਤੀ ਕਹਿ ਦਿੱਤਾ ਜਾਂਦਾ, ਪਰ ਉਹ ਰੁਤਬਾ ਜਿਹੜਾ ਸਿੱਖ ਚਾਹੁੰਦੇ ਨੇ ਜਾਂ ਸਿੱਖਾਂ ਦੇ ਮਨਾਂ ਵਿੱਚ ਹੈ, ਸ਼ਹਾਦਤਾਂ ਦੇਣ ਤੋਂ ਬਾਅਦ, ਕੁਰਬਾਨੀਆਂ ਦੇਣ ਤੋਂ ਬਾਅਦ, ਭਾਵੇਂ ਉਹ ਭਗਤ ਸਿੰਘ ਹੋਣ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਹੋਣ, ਇੰਨਾ ਕੁਝ ਕਰਨ ਦੇ ਬਾਵਜੂਦ ਵੀ ਉਹ ਹੱਕ ਕਿਉਂ ਨਹੀਂ ਮਿਲਦਾ? ਕਿਉਂ ਨਿਸ਼ਾਨਾ ਬਣਾਇਆ ਜਾਂਦਾ? ਮੈਂ ਤੁਹਾਨੂੰ ਜਿਹੜਾ ਪਹਿਲਾਂ ਕਿਹਾ ਨਾ ਵੀ ਇਹ ਲੋਕ ਬੜੇ ਪੜ੍ਹੇ ਲਿਖੇ ਸੀ, ਗਾਂਧੀ ਹੋਣੀ, ਇਹ ਗਰੁੱਪ ਸਾਰਾ, ਇਹਨਾਂ ਨੇ ਭਾਂਪ ਲਿਆ ਕਿ ਇਹਨਾਂ ਦੇ ਪਿੱਛੇ ਜਿਹੜਾ 500 ਸਾਲ ਦਾ ਇਤਿਹਾਸ ਹੈ, ਇਹ ਕਦੇ ਵੀ ਇਹਨਾਂ ਨੂੰ ਗੁਲਾਮ ਜਹਨੀਅਤ ਦੇ ਵਿੱਚ ਸੈਟਿਸਫਾਈਡ ਨਹੀਂ ਕਰ ਸਕਦੇ। ਕਦੇ ਵੀ ਸਿੱਖ ਗੁਲਾਮ ਰਹਿ ਕੇ ਸੈਟਿਸਫਾਈਡ ਨਹੀਂ ਹੁੰਦਾ। ਇਸ ਲਈ ਉਹਨਾਂ ਨੂੰ ਤਾਂ ਪਤਾ ਸੀ ਕਿ ਅਸੀਂ ਇਹਨਾਂ ਨੂੰ ਧੋਖੇ ਨਾਲ ਗੁਲਾਮ ਰੱਖਣਾ ਹੈ, ਪਰ ਇਹਨਾਂ ਨੂੰ ਨਹੀਂ ਸੀ ਪਤਾ, ਸਿੱਖਾਂ ਨੂੰ ਨਹੀਂ ਸੀ ਪਤਾ ਵੀ ਸਾਨੂੰ ਇਹ ਗੁਲਾਮ ਰੱਖਣ ਦੀ ਨੀਅਤ ਨਾਲ ਸਾਨੂੰ ਆਪਣੇ ਨਾਲ ਰੱਖ ਰਹੇ ਨੇ। ਉੱਥੋਂ ਸਾਡੀ ਲੜਾਈ ਸ਼ੁਰੂ ਹੋਈ ਹੈ, ਜਿਹੜੀ ਫਰਸਟ੍ਰੇਸ਼ਨ ਦੀ ਲੜਾਈ ਹੈ, ਜਿਹੜੀ ਘੋਲ ਦੀ ਸੰਘਰਸ਼ ਦੀ ਲੜਾਈ ਹੈ। ਪਰ ਉਹ ਬੜੇ ਅਰਲੀ ਡੇਜ਼ ਦੇ ਵਿੱਚ ਹੀ ਪ੍ਰਗਟ ਕਰਤਾ ਸੀ ਹਿੰਦੂ ਹਕੂਮਤ ਨੇ, ਹਿੰਦੂ ਤਵੀ ਸੋਚ ਨੇ, ਜਦੋਂ 47 ਵਿੱਚ ਹੀ ਸਾਨੂੰ ਕਹਿ ਦਿੱਤਾ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ ਤੇ ਹਰ ਇੱਕ ਡਿਪਟੀ ਕਮਿਸ਼ਨਰ ਦਾ ਫਰਜ਼ ਬਣਦਾ ਹੈ ਕਿ ਉਹ ਬਾਕੀ ਸ਼ਹਿਰੀਆਂ ਨੂੰ ਸਿੱਖਾਂ ਤੋਂ ਬਚਾ ਕੇ ਰੱਖੇ। ਹੁਣ 47 ਵਿੱਚ ਤੁਸੀਂ ਆਪਣੀਆਂ ਧੀਆਂ ਦੀ ਬੇਪਤੀ ਕਰਕੇ, ਆਪਣੀਆਂ ਜਾਇਦਾਦਾਂ ਛੱਡ ਕੇ, ਆਪਣਾ ਇਲਾਕਾ ਛੱਡ ਕੇ ਆਪਣੇ ਧਰਮ ਦੀ ਸੁਰੱਖਿਆ ਲਈ ਇੱਥੇ ਆਏ ਹੋ ਤੇ ਤੁਸੀਂ ਆਉਂਦੇ ਹੀ ਤੁਹਾਡੇ ਗੱਲ ਦੇ ਵਿੱਚ ਤਮਗਾ ਪਾਤਾ ਕਿ ਤੁਸੀਂ ਜਰਾਇਮ ਪੇਸ਼ਾ। ਉਹ ਕਿਵੇਂ ਕੌਮਾਂ ਬਰਦਾਸ਼ਤ ਕਰ ਲੈਣਗੀਆਂ? ਉਹ ਸਮਝ ਗਈ ਸਾਡੀ ਕੌਮ ਕਿ ਸਾਡੇ ਨਾਲ ਧੋਖਾ ਹੋ ਰਿਹਾ ਹੈ। ਪਰ ਧੋਖਾ ਇੱਕ ਵਾਰ ਨਹੀਂ ਨਾ ਹੋਇਆ ਪ੍ਰੋਫੈਸਰ ਸਾਹਿਬ, ਧੋਖੇ ਤਾਂ ਲਗਾਤਾਰ ਹੁੰਦੇ। ਜਦੋਂ ਤੁਸੀਂ ਪਿੰਜਰੇ ਵਿੱਚ ਫਸ ਗਏ, ਜਦੋਂ ਪਿੰਜਰੇ ਵਿੱਚ ਤੁਸੀਂ ਫਸ ਗਏ, ਉਸ ਵਕਤ ਇੱਕਦਮ ਤੁਹਾਡੇ ਤੋਂ ਮੁੜਿਆ ਨਹੀਂ ਸੀ ਜਾ ਸਕਦਾ ਪੱਕ। ਜਦੋਂ ਤੁਸੀਂ 10 ਲੱਖ ਬੰਦਾ ਮਰਵਾ ਕੇ ਇੱਧਰ ਆਏ ਸੀ, ਇੱਕਦਮ ਤੁਹਾਡੇ ਕੋਲ ਕੋਈ ਅਲਟਰਨੇਟ ਸੀ, ਭਾਵੇਂ ਤੁਸੀਂ ਸਮਝ ਵੀ ਗਏ, ਇੱਕਦਮ ਅਲਟਰਨੇਟ ਨਹੀਂ ਸੀ। ਫਿਰ ਅਸੀਂ ਸੰਵਿਧਾਨ ਦੇ ਅੰਡਰ ਸਾਨੂੰ ਹਿੰਦੂ ਕੌਮ ਦਾ ਹਿੱਸਾ ਕਰਤਾ, ਉਹਦੇ ਵਿੱਚ ਅਸੀਂ ਜੋ ਕਰ ਸਕਦੇ ਸੀ ਕੀਤਾ। 2 ਨੁਮਾਇੰਦੇ ਸਿੱਖਾਂ ਦੇ ਗਏ, ਸਰਦਾਰ ਹੁਕਮ ਸਿੰਘ, ਸਰਦਾਰ ਭੁਪਿੰਦਰ ਸਿੰਘ ਜੀ ਮਾਨ, ਉਹਨਾਂ ਦੋਹਾਂ ਨੇ ਹੀ ਸੰਵਿਧਾਨ ਦੇ ਖਰੜੇ ਤੇ ਸਿਗਨੇਚਰ ਨਹੀਂ ਕੀਤੇ। ਅੱਜ ਵੀ ਜਿਹੜਾ ਓਰੀਜਨਲ ਖਰੜਾ ਪਿਆ ਹੈ ਉਹਦੇ ਤੇ ਸਿੱਖਾਂ ਦੇ ਸਿਗਨੇਚਰ ਨਹੀਂ ਹੈ। ਉਹਨਾਂ ਨੇ ਕਿਹਾ ਕਿ ਆਹ ਜਿਹੜਾ ਸੰਵਿਧਾਨ ਹੈ, ਜਿਹਨੂੰ ਭਾਰਤੀ ਸੰਵਿਧਾਨ ਕਹਿੰਦੇ ਆ, ਅੱਜ ਵੀ
ਇਹ ਅਸੀਂ ਅੰਡਰ ਪ੍ਰੋਟੈਸਟ ਸਵੀਕਾਰ ਕਰਦੇ ਹਾਂ। ਅਸੀਂ ਇਹਦੇ ਸਿਗਨੇਚਰ ਨਹੀਂ ਕਰਦੇ ਕਿਉਂਕਿ ਇਹ ਸਾਡੀਆਂ ਭਾਵਨਾਵਾਂ ਨੂੰ, ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਇਹਦੇ ਵਿੱਚ ਲਿਖਿਆ 25 ਧਾਰਾ ਦੇ ਵਿੱਚ ਕਿ ਸਿੱਖ ਹਿੰਦੂਆਂ ਦਾ ਹਿੱਸਾ ਹੈ। ਸੋ ਉਹ ਲੜਾਈ ਤਾਂ ਸ਼ੁਰੂ ਹੋ ਗਈ ਜਦੋਂ ਇੱਕ ਕੌਮ ਨੂੰ ਤੁਸੀਂ ਕੌਮ ਮੰਨਣ ਤੋਂ ਹੀ ਇਨਕਾਰੀ ਹੋ। ਜਦ ਕਿ ਅੰਗਰੇਜ਼ ਨੇ 1937 ਦੇ ਵਿੱਚ ਇਲੈਕਸ਼ਨ ਕਰਵਾਈ ਸੀ ਇਸ ਖਿੱਤੇ ਦੇ ਵਿੱਚ, ਤੇ ਕੌਮਾਂ ਦੇ ਆਧਾਰ ਤੇ ਇਲੈਕਸ਼ਨ ਹੋਈ ਹੈ। 1937 ਚ ਸਰਦਾਰ ਸਿਮਰਨਜੀਤ ਸਿੰਘ ਜੀ ਦੇ ਮਾਨ ਦੇ ਪਿਤਾ ਜੀ ਸਰਦਾਰ ਜੋਗਿੰਦਰ ਸਿੰਘ ਮਾਨ ਵੀ ਐਮਐਲਏ ਬਣੇ ਨੇ 1937 ਚ, ਪਰ ਉਹ ਸਿੱਖ ਕੋਟੇ ਚੋਂ ਬਣੇ ਨੇ। ਉਹਨਾਂ ਨੇ ਕਿਹਾ ਸੀ ਵੀ ਜਿੰਨੀ ਸਿੱਖਾਂ ਦੀ ਆਬਾਦੀ ਹੈ ਉਹ ਸਿੱਖ ਐਮਐਲਏ ਬਣਨਗੇ, ਜਿੰਨੀ ਮੁਸਲਮਾਨਾਂ ਦੀ ਆਬਾਦੀ ਹੈ ਉਹ ਮੁਸਲਮਾਨ ਐਮਐਲਏ ਬਣਨਗੇ, ਜਿਹੜੇ ਹਿੰਦੂਆਂ ਦੀ ਆਬਾਦੀ ਹੈ, ਭਾਵ 3 ਕੌਮਾਂ ਕਾਨੂੰਨੀ ਤੌਰ ਤੇ ਸਵੀਕਾਰ ਬ੍ਰਿਟਿਸ਼ਰਜ਼ ਨੇ ਕਰਕੇ ਇਲੈਕਸ਼ਨ ਕਰਕੇ ਉਹਨਾਂ ਨੂੰ ਰਿਪਰੈਜ਼ੈਂਟੇਟਿਵ ਬਣਾਤਾ ਸੀ। ਪਰ ਉਹ ਕੀ ਹੋਇਆ ਕਿ ਇਸ ਦੇਸ਼ 'ਚ ਆ ਕੇ ਅਸੀਂ 15 ਅਗਸਤ ਤੋਂ 14 ਅਗਸਤ ਨੂੰ ਇੱਕ ਅੱਡ ਕੌਮ ਸੀਗੇ ਤੇ 15 ਅਗਸਤ ਤੋਂ ਬਾਅਦ ਸਾਨੂੰ ਹਿੰਦੂ ਕੌਮ ਦਾ ਹਿੱਸਾ ਬਣਾਤਾ। ਲੜਾਈ ਸ਼ੁਰੂ ਹੋ ਗਈ। ਲੜਾਈ ਸ਼ੁਰੂ ਹੋਣ ਤੋਂ ਬਾਅਦ ਜੇ ਲੀਡਰਾਂ ਨੇ ਜਿਵੇਂ ਕਹਿੰਦੇ ਦੇਰ ਆਇਆ ਦੁਰਸਤ ਆਇਆ ਆਪਸ ਵਿੱਚ ਮੀਟਿੰਗ ਕੀਤੀ ਕਿ ਹੁਣ ਤਾਂ ਅਸੀਂ ਫਸ ਗਏ। ਉਹਨਾਂ ਨੇ ਕਿਹਾ ਵੀ ਆਪਾਂ ਐਂ ਕਰਦੇ ਹਾਂ ਵੀ ਸਿੱਖਾਂ ਦਾ ਇੱਕ ਅੱਡ ਛੋਟਾ ਸੂਬਾ ਬਣਾ ਲੈਂਦੇ ਹਾਂ, ਘੱਟੋ ਘੱਟ ਉੱਥੇ ਅਸੀਂ ਆਪਣੀ ਗੱਲ ਤਾਂ ਕਰ ਸਕਾਂਗੇ। ਇੰਨੀ ਵੱਡੀ ਗਿਣਤੀ ਤਾਂ ਅਸੀਂ ਆਪਣੀ ਗੱਲ ਹੀ ਨਹੀਂ ਕਰ ਸਕਾਂਗੇ ਵੋਟਾਂ ਦੇ ਆਧਾਰ ਤੇ। ਉਸ ਮੰਗ ਨੇ ਵੀ ਸਾਡੇ ਨਾਲ ਬੇਇਨਸਾਫ, ਮੰਗ ਸਹੀ ਸੀ, ਬੇਇਨਸਾਫੀ, ਕਿਉਂਕਿ ਮੈਂ ਪਹਿਲਾਂ ਹੀ ਕਹਿਣਾ, ਮੈਂ ਅਖੀਰ ਤੱਕ ਅੱਜ 70 ਸਾਲ ਦੇ ਐਨਾਲਿਸਿਸ ਤੋਂ ਬਾਅਦ ਵੀ ਇਹ ਗੱਲ ਕਹਿਣਾ ਕਿ ਜਿਹੜਾ ਵੱਡੀ ਗਿਣਤੀ ਜਿਹੜੀ ਹਿੰਦੂ ਹੈ ਉਹਦੀ ਜਿਹੜੀ ਸੋਚ ਹੈ ਨਾ, ਉਹ ਪੰਜਾਬ ਨੂੰ ਤੇ ਪੰਜਾਬ ਦੇ ਖਾਸ ਕਰ ਸਿੱਖਾਂ ਨੂੰ ਬਹੁਤ ਜ਼ਿਆਦਾ ਗੁਲਾਮ ਰੱਖਣਾ ਚਾਹੁੰਦੀ ਹੈ, ਜਿਹਦੇ ਕਰਕੇ ਉਹ ਸਾਡੇ ਤੇ ਸਾਨੂੰ ਹਮੇਸ਼ਾ ਹੀ ਧੋਖੇ ਨਾਲ ਪਾੜਦੀ ਹੈ। ਜਿਵੇਂ ਕਿ ਪੰਜਾਬ ਬਣਿਆ, ਪੰਜਾਬ ਬਣਨ ਦੇ ਨਾਲ ਕਰਨਾਲ ਤੱਕ ਪੰਜਾਬ ਹੈ, ਪੰਜਾਬੀ ਬੋਲਦੇ ਇਲਾਕੇ ਨੇ, ਇੱਧਰੋਂ ਗੰਗਾਨਗਰ ਤੱਕ ਪੰਜਾਬ ਹੈ, ਇੱਧਰੋਂ ਸਿਰਸੇ ਤੱਕ ਪੰਜਾਬ ਹੈ, ਉੱਧਰੋਂ ਉੱਪਰੋਂ ਕਾਂਗੜੇ ਤੱਕ ਪੰਜਾਬ ਹੈ। ਇਹ ਪੰਜਾਬੀ ਬੋਲਦੇ ਇਲਾਕਿਆਂ ਦੀ ਮੰਗ ਅਸੀਂ ਕਰ ਰਹੇ ਸੀ। ਪੰਜਾਬੀ ਬੋਲਦੇ ਇਲਾਕੇ ਕੱਢ ਕੇ ਸਾਨੂੰ ਪੰਜਾਬ ਦੇਤਾ ਧੱਕੇ ਨਾਲ। ਉਹੀ ਫਿਰ ਅਸੀਂ ਸਾਡੇ ਪਾਣੀਆਂ ਦੇ ਹੈੱਡਵਰਕਸ ਸੈਂਟਰ ਕੰਟਰੋਲ 'ਚ ਲੈ ਲਏ। ਸੋ ਆਰਥਿਕ ਵਸੀਲੇ, ਸੱਭਿਆਚਾਰਕ ਵਸੀਲੇ, ਸਾਡੀ ਜ਼ੁਬਾਨ, ਸਾਡੇ ਭਰਾ, ਪਹਿਲਾਂ ਪਾਕਿਸਤਾਨ 'ਚ ਪੰਜਾਬੀ ਮਾਂ ਦੇ 2 ਪੁੱਤ ਆਪਸ ਵਿੱਚ ਅੱਡ ਕਰਤੇ ਧਰਮਾਂ ਦੇ ਨਾਂ ਤੇ, ਫਿਰ ਆ ਇੱਥੇ ਆ ਕੇ ਖਿੱਤਿਆਂ ਦੇ ਨਾਂ ਤੇ ਪੰਜਾਬੀ ਬੋਲਦੇ ਇਲਾਕੇ ਸਾਡੇ ਤੋਂ ਅੱਡ ਕਰਤੇ। ਸੋ ਉਹ ਸਾਰਾ ਕੁਝ ਜਿਹੜਾ ਹੈਗਾ ਤੁਹਾਡੇ ਸਵਾਲ ਦਾ ਇੱਕ ਜਵਾਬ ਹੀ ਹੈ ਕਿ ਅਸੀਂ ਕਿਉਂ ਔਖੇ ਹੋਏ ਹਾਂ। ਇਸ ਤੋਂ ਬਾਅਦ ਇੰਨਾ ਕੁਝ ਹੋਣ ਤੋਂ ਬਾਅਦ 1966 ਤੋਂ ਬਾਅਦ ਫਿਰ ਸਿੱਖਾਂ ਨੇ ਇੱਕ ਮੀਟਿੰਗ ਕੀਤੀ, ਭਾਵ ਉਹ 47 ਵਾਲੀ ਜਿਹੜੀ ਸਟਰਗਲ ਸੀ ਉਹ ਕਿਸੇ ਨਾ ਕਿਸੇ ਰੂਪ 'ਚ ਜਾਰੀ ਰਹੀ। 1973 ਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਹੁਣ ਸਾਨੂੰ ਇੱਥੇ ਰੱਖਣਾ ਹੀ ਹੈ ਤਾਂ ਆਨੰਦਪੁਰ ਦਾ ਮਤਾ ਜਿਹੜਾ ਹੈ ਜਿਹਦੇ ਵਿੱਚ ਰਾਜਾਂ ਨੂੰ ਵੱਧ ਅਧਿਕਾਰ, ਕੇਵਲ ਸਿੱਖਾਂ ਨੂੰ ਨਹੀਂ, ਰਾਜਾਂ ਨੂੰ ਵੱਧ ਅਧਿਕਾਰ। ਅੱਜ ਜਿਹੜੀ ਫਰਸਟ੍ਰੇਸ਼ਨ ਹੋਈ ਹੈ ਇਹ ਕੇਵਲ ਇਸ ਕਰਕੇ ਹੋਈ ਹੈ ਕਿ ਸਿੱਖਾਂ ਦੇ ਆਨੰਦਪੁਰ ਦੇ ਮਤੇ ਨੂੰ ਸਿੱਖਾਂ ਨਾਲ ਜੋੜ ਲਿਆ। ਇਹਦਾ ਮਤਲਬ ਸਿੱਖ ਪਹਿਲਾਂ ਤੋਂ ਹੀ ਬੜੀ ਸਿਆਣੀ ਕੌਮ ਸੀ ਜਿਹੜੀ 47 ਤੋਂ ਬਾਅਦ ਕੀਤੀ ਹੋਈ ਗਲਤੀ ਨੂੰ ਸੁਧਾਰਨਾ ਚਾਹੁੰਦੀ ਸੀ। ਉਹਨਾਂ ਨੇ 1947 ਸਰਦਾਰ ਕਪੂਰ ਸਿੰਘ ਜੀ ICS ਉਹਨਾਂ ਨੇ ਇਹ ਮਤਾ ਤਿਆਰ ਕੀਤਾ ਬਾਕੀ ਸਾਥੀਆਂ ਦੇ ਨਾਲ। ਸੋ ਉਹਦੇ ਤੇ ਫਿਰ 1978 ਦੇ ਵਿੱਚ ਜਿਹੜੀ ਸਰਕਾਰ ਸੀ ਹਿੰਦੂ ਤੋਂ ਵੀ, ਉਸ ਵਕਤ ਇੰਦਰਾ ਗਾਂਧੀ ਉਹਨੂੰ ਕਰਦੀ ਸੀ ਹੈੱਡ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਲੋਕ ਨੇ ਇਹ ਟਿਕ ਕੇ ਨਹੀਂ ਬੈਠਦੇ। ਅੱਜ 15, 17, 20 ਸਾਲ ਹੋ ਗਏ ਇਹ ਟਿਕ ਨਹੀਂ ਰਹੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਆਪ ਨੂੰ ਆਜ਼ਾਦ ਦੇਖਣਾ ਚਾਹੁੰਦੇ ਨੇ। ਇਹਨਾਂ ਨੂੰ ਹੋਰ ਜ਼ਿਆਦਾ ਤਸ਼ੱਦਦ ਕੀਤਾ ਜਾਵੇ ਤਾਂ ਉਹਨਾਂ ਨੇ 1978 ਦੇ ਵਿੱਚ ਸ਼ਰੇਆਮ ਸਿੱਖਾਂ ਨੂੰ ਨਿਰੰਕਾਰੀ ਇੱਕ ਮਿਸ਼ਨ ਖੜਾ ਕਰਕੇ ਸਿੱਖਾਂ ਵਿੱਚੋਂ ਹੀ ਸਿੱਖਾਂ ਨੂੰ ਕਤਲ ਕਰਵਾਇਆ ਨੰਗੇ ਚਿੱਟੇ ਦਿਨ, ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ 'ਚ। ਤੇ ਇਹਦਾ ਰਿਜ਼ਲਟ ਕੀ ਕਢਾਇਆ? ਰਿਜ਼ਲਟ ਇਹ ਕਢਵਾਇਆ ਕਿ ਉਹਨਾਂ 13 ਸਿੱਖਾਂ ਨੂੰ ਕਤਲ ਕਰਨ ਵਾਲੇ ਲੋਕ, ਸ਼ਹੀਦ ਕਰਨ ਵਾਲੇ ਲੋਕ 1 ਘੰਟੇ ਲਈ ਵੀ ਕੈਦ ਨਹੀਂ ਹੋਏ। ਹੋਰ ਫਰਸਟ੍ਰੇਸ਼ਨ ਨਹੀਂ ਆਏਗੀ ਸਾਡੀ ਕੌਮ 'ਚ, ਹੋਰ ਕੀ ਆਊਗੀ? ਔਰ ਉਹਦੇ ਵਿੱਚ ਕੀ ਹੋਇਆ ਕਿ ਜਦੋਂ ਉਹਨਾਂ ਨੇ ਕਿਹਾ ਕਿ ਸਿੱਖ ਜਦ ਤੱਕ ਇਕੱਠੇ ਨੇ, ਚਾਹੇ ਅਸੀਂ ਇਹਨਾਂ ਨੂੰ ਬਹੁਤ ਛੋਟਾ ਕਰਤਾ ਹੈ ਪਰ ਜਦ ਤੱਕ ਇਹ ਇਕੱਠੇ ਨੇ ਇਹ ਸਾਡੇ ਵਾਸਤੇ ਸਿਰਦਰਦੀ ਰਹਿਣਗੇ ਉਹਨਾਂ ਦੀ ਭਾਸ਼ਾ 'ਚ। ਅਸੀਂ ਆਪਣੀ ਆਜ਼ਾਦੀ ਸੋਚ ਨੂੰ ਪ੍ਰਮੋਟ ਕਰ ਰਹੇ ਸੀ, ਉਹਦੇ ਮੁਤਾਬਕ ਗੁਰੂਆਂ ਮੁਤਾਬਕ ਜਿਉਣਾ ਚਾਹੁੰਦੇ ਸੀ, ਅਸੀਂ ਕਿਸੇ ਦੀ ਹਿੰਸਾ ਨਹੀਂ ਸੀ ਕਰਦੇ, ਪਰ ਅਸੀਂ ਆਪਣੀ ਸੋਚ ਨਹੀਂ ਸੀ ਛੱਡਣਾ ਚਾਹੁੰਦੇ। ਪ੍ਰੋਫੈਸਰ ਸਾਹਿਬ, ਹਿੰਦੂਤਵੀ ਸੋਚ ਜਿਹੜੀ ਹੈ ਉਹ ਕਿਉਂ ਸਿੱਖਾਂ ਨੂੰ ਲਗਾਤਾਰ ਨਿਸ਼ਾਨਾ ਬਣਾਉਂਦੀ ਆ ਰਹੀ ਹੈ?
ਪਹਿਲੀ ਗੱਲ ਤਾਂ ਇਹ ਹੈ, ਕੀ ਕਾਰਨ ਹੈ? ਸਿੱਖ ਕੌਮ ਵੀ ਤਾਂ ਆਮ ਮਨੁੱਖਾਂ ਦੇ ਵਾਂਗ ਬਿਲਕੁਲ ਉਵੇਂ ਹੀ ਵਿਚਰ ਰਹੇ ਨੇ, ਉਵੇਂ ਹੀ ਸਾਹ ਲੈ ਰਹੇ ਨੇ, ਉਵੇਂ ਹੀ ਆਪਣੇ ਕੰਮ ਕਾਰ ਕਰਦੇ ਨੇ। ਕੀ ਇਹਨਾਂ ਨੂੰ ਦੇਖ ਕੇ ਅਜਿਹੀ ਕਿਹੜੀ ਚੀਜ਼ ਉਹਨਾਂ ਨੂੰ ਭਾਵਨਾ ਪੈਦਾ ਹੁੰਦੀ ਹੈ ਕਿ ਇਹ ਸਾਡੇ ਤੋਂ ਵੱਖਰੇ ਨੇ, ਇਹ ਸਾਡੇ ਤੋਂ ਵੱਖਰੇ ਹੋ ਜਾਣ, ਜਾਂ ਇਹਨਾਂ ਨੂੰ ਵਿੱਚ ਰਹਿ ਕੇ ਦੱਬਿਆ ਜਾਵੇ, ਕੁਚਲਿਆ ਜਾਵੇ, ਜਾਂ ਇਸ ਤਰੀਕੇ ਨਾਲ ਖਤਮ ਹੀ ਕਰ ਦਿੱਤਾ ਜਾਵੇ? ਸੁਖਵਿੰਦਰ ਸਿੰਘ ਜੀ, ਬਹੁਤ ਹੀ ਸੋਹਣਾ ਸਵਾਲ ਤੁਸੀਂ ਕੀਤਾ ਹੈ, ਕਿਉਂਕਿ ਗੱਲ ਨੂੰ ਸਪਸ਼ਟ ਕਰਨ ਦਾ ਹੀ ਇਹ ਮੌਕਾ ਜਿੱਦਾਂ ਆਪਾਂ ਬੈਠੇ ਹਾਂ। ਜਿਹੜਾ ਹਿੰਦੂਤਵੀ ਸੋਚ ਜਿਹਨੂੰ ਮੈਂ ਕਹਿਣਾ ਤੇ ਹੈ, ਉਹ ਸਾਡੇ 500 ਸਾਲ ਦੇ ਇਤਿਹਾਸ ਨੂੰ ਜਾਣਦੀ ਹੈ। ਅਸਲ ਵਿੱਚ ਕੁਝ ਵਹਿਮਾਂ ਭਰਮਾਂ ਨੂੰ ਇਕੱਠੇ ਕਰਕੇ ਇੱਕ ਸੋਚ ਬਣਾ ਦਿੱਤੀ ਗਈ, ਜਿਹਨੂੰ ਬਾਅਦ ਵਿੱਚ ਹਿੰਦੂ ਧਰਮ ਕਹਿ ਦਿੱਤਾ ਗਿਆ। ਹਾਲਾਂਕਿ ਹਿੰਦੂ ਧਰਮ ਦੇ ਪੈਰੋਕਾਰ ਵੀ ਕਦੇ ਡਿਫਾਈਨ ਨਹੀਂ ਕਰ ਸਕਦੇ ਕਿ ਹਿੰਦੂ ਧਰਮ ਕੀ ਹੈ, ਪਰ ਅੱਜ ਇੱਕ ਨਕਸ਼ਾ ਬਣਾ ਦਿੱਤਾ ਗਿਆ ਹੈ ਤੇ ਹਮੇਸ਼ਾ ਚੌਥੇ ਦਿਨ ਉੱਠ ਕੇ ਭਾਗਵਤ ਕਹਿ ਦਿੰਦਾ ਹੈ ਕਿ ਇਹ ਹਿੰਦੂ ਰਾਸ਼ਟਰ ਬਣੇਗਾ। ਹਿੰਦੂ ਰਾਸ਼ਟਰ ਜਦੋਂ ਬਣੂਗਾ ਤਾਂ ਉਹਦੀਆਂ ਜਿਹੜੀਆਂ ਮਾਨਤਾਵਾਂ ਨੇ ਉਹ ਲਾਗੂ ਹੋਣਗੀਆਂ। ਪਰ ਸਿੱਖ ਪੈਗੰਬਰ ਗੁਰੂ ਨਾਨਕ ਸਾਹਿਬ ਸਾਡੇ ਪਹਿਲੇ ਪਾਤਸ਼ਾਹ ਜਦੋਂ ਇਸ ਦੁਨੀਆ ਨੂੰ ਚਾਨਣ ਦਿਖਾਉਣ ਲੱਗੇ ਸੀ ਤਾਂ ਉਹਨਾਂ ਨੇ ਕਰਮਕਾਂਡ ਦਾ ਨਾਸ਼ ਕੀਤਾ ਸੀ, ਜਾਤ ਪਾਤ ਦਾ ਨਾਸ਼। ਦੂਜੇ ਪਾਸੇ ਹਿੰਦੂ ਧਰਮ ਜਾਤ ਪਾਤ ਦੇ ਉੱਤੇ ਖੜਾ ਹੈ। ਸੋ ਇਹ ਮੇਨ ਕਨਫਲਿਕਟ ਹੈ ਕਿ ਜੇ ਬਾਬਾ ਨਾਨਕ ਕਹਿੰਦਾ ਹੈ ਕਿ ਮੈਂ ਭਾਵੇਂ ਮੇਰੀ ਕੁੱਲ 'ਚ ਜਨੇਊ ਪਾਉਣ ਦੀ ਰੀਤ ਹੈ, ਪਰ ਇਹ ਫੋਕਾ ਕਰਮਕਾਂਡ ਹੈ, ਇਹਦੇ ਨਾਲ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ, ਇਸ ਲਈ ਮੈਂ ਇਹ ਨਹੀਂ ਪਾਉਂਦਾ। ਉਸ ਦਿਨ ਹੀ ਜਿਹੜਾ ਜਿਹਨੂੰ ਤੁਸੀਂ ਤੇ ਮੈਂ ਹਿੰਦੂ ਤੋਂ ਵੀ ਸੋਚ ਕਹਿੰਦੇ ਆ, ਉਹ ਖੁਣ ਸਿਖਾਉਣ ਲੱਗ ਗਏ ਸੀ, ਪਰ ਉਹਨਾਂ ਦਾ ਰਾਜ ਨਹੀਂ ਸੀ। ਵੀ ਆਹ ਜਿਹੜਾ ਅੱਜ ਜਨੇਊ ਉਤਾਰ ਕੇ ਆਸਾ ਦੀ ਵਾਰ ਤੁਸੀਂ ਪੜ੍ਹੋਗੇ, ਤੁਹਾਨੂੰ ਪਤਾ ਲੱਗੇਗਾ ਕਿ ਜਿੰਨੀਆਂ ਅੱਜ ਹਿੰਦੂ ਮਾਨਤਾਵਾਂ ਹਨ ਉਹਨਾਂ ਟੋਟਲ ਦਾ ਖੰਡਨ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਝਾਇਆ ਸਾਨੂੰ ਵੀ ਇਹ ਚੀਜ਼ਾਂ ਸਾਰੀਆਂ ਫਜ਼ੂਲ ਨੇ। ਹੁਣ ਜਿਹੜੀ ਸੋਚ ਉਹਨਾਂ ਨੂੰ ਸੱਚ ਮੰਨਦੀ ਹੈ, ਚਾਹੇ ਉਹਨੂੰ ਵੀ ਪਤਾ ਕਿ ਇਹ ਫਜ਼ੂਲ ਨੇ, ਉਹਨੂੰ ਸੱਚ ਮੰਨ ਕੇ ਉਹ ਇੱਕ ਦਾਇਰਾ ਬਣਾ ਕੇ ਆਪਣੀ ਸੋਚ ਦਾ ਰਾਜ ਬਣਾਉਣਾ ਚਾਹੁੰਦੇ ਨੇ, ਹਿੰਦੂ ਰਾਸ਼ਟਰ ਨੂੰ ਕਹਿੰਦੇ ਨੇ, ਅੱਜ ਚੌਥੇ ਦਿਨ ਕਹਿ ਦਿੰਦੇ ਨੇ। ਉਹ ਸਾਡੇ ਨਾਲ ਖੁਣਸ ਤਾਂ ਖਾਂਦੀ ਹੈ ਵੀ ਜਾਂ ਤਾਂ ਇਹ ਸੋਚ ਜਿੰਦੀ ਰਹੇਗੀ ਜਾਂ ਅਸੀਂ ਮਰ ਜਾਾਂਗੇ। ਇਸ ਲਈ ਇਹਨਾਂ ਨੂੰ ਇਸੇ ਲਈ ਉਹ ਸਾਨੂੰ ਨਾ ਕੇਵਲ ਸੱਭਿਆਚਾਰਕ ਤੇ ਧਾਰਮਿਕ ਤੌਰ ਤੇ ਡੀਮ ਹੈ, ਬਲਕਿ ਸਾਡੇ ਵਿੱਚੋਂ 66 ਤੱਕ ਦੀ ਲੜਾਈ, 73 ਤੱਕ ਦੀ ਲੜਾਈ ਨੂੰ ਦੇਖ ਕੇ ਕਿ ਇਹ ਨਹੀਂ ਡੋਲਦੇ, ਇਹ ਲੜਦੇ ਰਹਿਣਗੇ, ਕਿਉਂਕਿ ਉਹਨਾਂ ਦਾ ਪਿੱਛੇ ਇਤਿਹਾਸ ਹੈ ਵੀ 2 ਰਹਿ ਜਾਣ ਤਾਂ ਵੀ ਲੜਦੇ ਨੇ। ਉਹਨਾਂ ਨੇ ਸਾਡੇ ਚੋਂ ਫਿਰ ਟਰੈਕਟਰ ਖਰੀਦਣੇ ਸ਼ੁਰੂ ਕਰ ਲਏ, ਸਾਡੇ ਚੋਂ ਦਲਾਲ ਗਦਾਰ ਖਰੀਦਣੇ ਸ਼ੁਰੂ ਕਰਤੇ ਵੀ ਇਸ ਤਰੀਕੇ। ਇੱਕ ਤਾਂ ਜਿਵੇਂ ਨਿਰੰਕਾਰੀ ਪੈਦਾ ਕਰਤੇ, ਇੱਦਾਂ ਹੀ ਰਾਧਾ ਸਵਾਮੀ ਪੈਦਾ ਕਰਤੇ, ਜਿਹੜੇ ਮੀਰੀ ਪੀਰੀ ਦੀ ਸੋਚ ਤੋਂ ਅੱਡ ਹੋ ਕੇ ਧਰਮ ਦੀ ਵਿਆਖਿਆ ਕਰਦੇ ਨੇ। ਫਿਰ ਕੁਝ ਡੇਰੇ ਐਸਟੈਬਲ ਕਰਤੇ ਜਿਹੜੇ ਸਿੱਖਾਂ ਵਰਗੇ ਲੱਗਦੇ ਨੇ, ਪਰ ਉਹ ਮੀਰੀ ਪੀਰੀ ਨਾਲ ਨਹੀਂ ਚੱਲਦੇ। ਸੋ ਜਿਹੜੀ ਗੁਰੂ ਨਾਨਕ ਸਾਹਿਬ ਦੀ ਸੋਚ ਸੀ, ਗੁਰੂ ਗੋਬਿੰਦ ਸਿੰਘ ਜੀ ਤੱਕ ਆ ਕੇ ਸਾਡੇ ਸਾਹਮਣੇ ਸਪਸ਼ਟ ਹੋਈ ਹੈ, ਇਹ ਉਸ ਸੋਚ ਤੋਂ ਸਾਨੂੰ ਦੂਰ ਕਰਨਾ ਚਾਹੁੰਦੇ ਨੇ। ਇਸ ਲਈ ਸਾਡੇ ਨਾਲ ਇਹ ਬਾਰ-ਬਾਰ ਕਰਦੇ ਨੇ ਤੇ ਸਾਨੂੰ ਆਰਥਿਕ ਤੌਰ ਤੇ ਵੀ ਇਹ ਕਮਜ਼ੋਰ ਕਰਦੇ ਨੇ। ਇਹ ਦੁਨੀਆ ਦਾ ਇੱਕ ਗਿਣਿਆ ਮਿੱਥਿਆ ਜਾਂ ਇੱਕ ਫਾਰਮੂਲਾ ਹੈ ਕਿ ਜਿਸ ਕੌਮ ਨੂੰ ਮਾਰਨਾ ਹੋਵੇ ਉਹਦੇ ਤੋਂ ਪੜ੍ਹਾਈ ਖੋਲੋ, ਉਹਦੇ ਤੋਂ ਜ਼ੁਬਾਨ ਖੋਲੋ, ਉਹਦੇ ਗੁਰੂ ਦੀ ਉਹਦੀ ਸੋਚ ਦੀ ਬਾਰ-ਬਾਰ ਬੇਅਦਬੀ ਕਰਾਓ, ਉਹਦੇ ਤਖਤ ਦੇ ਉੱਤੋਂ ਫੈਸਲੇ ਸਿੱਖੀ ਦੇ ਉਲਟ ਕਰਵਾਓ। ਇਸੇ ਦਾ ਨਤੀਜਾ ਸੀ ਕਿ 84 ਹੋਈ। ਮੈਂ ਕਹਿੰਦਾ ਵੀ 78 ਤੋਂ ਸਿੱਧੇ ਰੂਪ 'ਚ ਹੋ ਗਈ, ਪਹਿਲਾਂ ਅਸਿੱਧੇ ਰੂਪ ਸੀ। ਪਹਿਲਾਂ ਸਾਡੇ ਸਿੰਘ ਕਤਲ ਕਰਵਾਏ, ਪਰ ਜਦੋਂ ਅਸੀਂ ਆਨੰਦਪੁਰ ਦਾ ਮਤਾ ਰੱਖ ਕੇ ਬੜਾ ਡੈਮੋਕ੍ਰੈਟਿਕਲੀ ਇੱਕ ਪ੍ਰੋਸੈਸ਼ਨ ਕਰ ਰਹੇ ਸੀ, ਅਸੀਂ ਇੱਕ ਮੋਰਚਾ ਲਾ ਰਹੇ ਸੀ ਵੀ ਆਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਸਟੇਟਾਂ ਨੂੰ ਦਿਓ, ਸਾਨੂੰ ਵੀ ਦਿਓ। ਉਹਦੇ ਵਿੱਚ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਵੀ ਸੀ, ਉਹਦੇ ਵਿੱਚ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਵੀ ਸੀ, ਉਹਦੇ 'ਚੋਂ ਬਿਲਕੁਲ ਵੀ ਇੰਡੀਆ ਤੋਂ ਵੱਖ ਹੋਣ ਵਾਲੀ ਗੱਲ ਕੋਈ ਨਹੀਂ ਸੀ ਕੀਤੀ। ਪਰ ਇਹ ਗੱਲ ਜਦੋਂ ਦਿਖਣ ਲੱਗ ਗਈ ਕਿ ਇਹਨੂੰ ਵੀ ਹਿੰਦੂਤਵੀ ਸੋਚ ਜਿਹੜੀ ਹੈ ਉਹ ਅੱਤਵਾਦੀ ਕਰਾ ਕੇ ਪੇਸ਼ ਕਰੂਗੀ। ਸੰਤ ਜਰਨੈਲ ਸਿੰਘ ਜਿਹੜੇ ਕਿ ਮਹਾਨ ਸਿੱਖਾਂ ਦੇ ਲੀਡਰ ਸੀ, ਉਸ ਵਕਤ ਦੇ ਨੌਜਵਾਨ ਪੀੜ੍ਹੀ ਸਾਡੇ ਲੀਡਰ ਬਣ ਰਹੀ ਸੀ, ਸਾਡਾ ਲੀਡਰ ਸੰਤ ਜਰਨੈਲ ਸਿੰਘ ਸੀ। ਉਹਨੂੰ ਪਾਸੇ ਕਰਕੇ ਜਿਹੜੇ ਗਦਾਰ ਲੀਡਰ ਸੀਗੇ, ਹਰਚੰਦ ਸਿੰਘ ਲੋਂਗੋਵਾਲ, ਟੋੜਾ, ਬਾਦਲ, ਬਰਨਾਲਾ, ਉਹਨਾਂ ਰਾਹੀਂ ਗੱਲ ਚਲਾ ਕੇ ਸਾਡਾ ਧਰਮ ਯੁੱਧ ਮੋਰਚਾ ਵੀ ਇਹਨਾਂ ਨੇ ਦਰਬਾਰ ਸਾਹਿਬ ਵੀ ਢਾਤਾ ਤੇ ਉਹ ਖਰੀਦ ਵੀ ਲਿਆ। ਇਹ ਸਾਰਾ ਕੁਝ ਜਿਹੜਾ ਹੈ ਹਜੇ ਲੜਾਈ ਚੱਲ ਰਹੀ ਹੈ ਜੀ। ਤੇ ਲੜਾਈ ਕਦੋਂ ਤੱਕ ਚੱਲਦੀ ਰਹੂਗੀ? ਕਦੋਂ ਤੱਕ ਸਿੱਖ ਸੰਘਰਸ਼ ਕਰਦੇ ਰਹਿਣਗੇ? ਕਦੋਂ ਤੱਕ ਕੁਰਬਾਨੀਆਂ? ਤੁਸੀਂ ਦੇਖਿਆ ਕਿ ਫਿਰ ਨਕੋਦਰ ਕਾਂਡ ਹੋਇਆ, ਉਹਦੇ ਵੀ ਬੜੇ ਚਰਚੇ 86 ਚ ਹੋਇਆ, ਬਰਗਾੜੀ ਵਾਲਾ ਕਾਂਡ ਹੋਇਆ, ਉਹਦੇ ਵੀ ਬਿਲਕੁਲ, ਉਹ ਤਾਂ 15 ਚ ਹੋਇਆ। ਆ ਹੁਣ ਸਿੱਖ ਜਥੇਬੰਦੀਆਂ ਦੇ ਟਕਰਾਅ ਜਿਹੜੇ ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਦੇ ਬਾਹਰ, ਜੋ ਕੁਝ ਹੋ ਰਿਹਾ, ਸਰੂਪ ਗਾਇਬ ਹੋ ਗਏ, ਕੋਈ ਹਿਸਾਬ ਕਿਤਾਬ ਕੋਈ ਨਹੀਂ। ਕਦੋਂ ਤੱਕ ਤੁਸੀਂ ਇਹਨਾਂ ਚੀਜ਼ਾਂ ਦੇ ਲਈ ਆਪਣੀ ਹੋਂਦ ਨੂੰ ਸਪਸ਼ਟ ਕਰਨ ਦੇ ਲਈ ਕਦੋਂ ਤੱਕ ਆਪਸ ਦੇ ਵਿੱਚ ਲੜਦੇ ਭਿੜਦੇ ਰਹੋਗੇ, ਤੇ ਕਦੋਂ ਤੱਕ ਸਰਕਾਰੀ ਤੰਤਰ ਜਾਂ ਭਾਰਤ ਵਿੱਚ ਰਹਿੰਦੇ ਆ ਆਪਣੇ ਆਪ ਨੂੰ ਵੱਖਰਾ ਮਹਿਸੂਸ ਕਦੋਂ ਤੱਕ ਚੱਲੀ ਜਾਊਗੇ ਸਾਰਾ ਕੁਝ?
ਇਹ ਸਵਾਲ ਤਾਂ ਬਿਲਕੁਲ ਜਾਇਜ਼ ਹੈ, ਪਰ ਇਹਦਾ ਜਵਾਬ ਕੋਈ ਸੀਮਾਬੱਧ ਨਹੀਂ ਕੀਤਾ ਜਾ ਸਕਦਾ। ਸਿਰਫ ਇਹ ਹੈ ਕਿ ਆਪਣੇ ਪੈਗੰਬਰਾਂ ਤੋਂ ਸਿੱਖਿਆ ਲੈ ਸਕਦੇ ਹਾਂ ਵੀ ਜੇ ਇਹੋ ਜਿਹੇ ਹਾਲਾਤ ਬਣ ਜਾਣ ਤਾਂ ਸਾਨੂੰ ਕੀ ਕਰਨਾ ਚਾਹੀਦਾ। ਸਾਡਾ ਗੁਰੂ ਤਾਂ ਸਾਨੂੰ ਇਹ ਸਿਖਾ ਕੇ ਗਿਆ ਵੀ ਜਦੋਂ ਤੱਕ ਜ਼ੁਲਮ ਦਾ ਨਾਸ ਨਾ ਹੋਵੇ ਤੁਸੀਂ ਆਜ਼ਾਦ ਸੋਚ ਰਾਹੀਂ, ਜਾਂ ਹੁਣ ਜਿਵੇਂ ਤੁਹਾਡੀਆਂ ਬੱਚੀਆਂ ਦਾ ਕੋਈ ਪਤਾ ਨਹੀਂ ਘੰਟੇ ਬਾਅਦ ਰੇਪ ਹੋ ਜਾਏਗਾ, ਤੁਹਾਡੀ ਕਿਸਾਨੀ ਖੋਲੀ, ਤੁਹਾਡੇ ਪਾਣੀ ਖੋਲੇ, ਇਸ ਹਾਲਾਤ ਵਿੱਚ ਸਾਡਾ ਗੁਰੂ ਤਾਂ ਇਹ ਕਹਿੰਦਾ ਵੀ ਤੁਸੀਂ ਸੰਘਰਸ਼ ਕਰਦੇ ਰਹੋ। ਇਹ ਗੱਲ ਮਤਾਂ ਦੇਖਿਓ ਕਿ ਤੁਹਾਡੇ ਸਾਹਮਣੇ ਬਹੁਤ ਵੱਡੀ ਸਲਤਨਤ ਹੈ ਤੇ ਤੁਸੀਂ ਚੁੱਪ ਕਰ ਜਾਓ। ਅਸੀਂ ਚੁੱਪ ਨਹੀਂ ਕਰਦੇ, ਪਰ ਸਾਡੀ ਕੋਸ਼ਿਸ਼ ਇਹ ਹੈ, ਮੇਰੀ ਪਾਰਟੀ ਦੀ ਕੋਸ਼ਿਸ਼ ਇਹ ਹੈ ਕਿ ਵੱਧ ਤੋਂ ਵੱਧ ਸਿੱਖ ਤੇ ਸਾਰੇ ਪੰਜਾਬੀ ਆਪਣੇ ਖਿੱਤੇ ਦੀ ਖੁਸ਼ਹਾਲੀ ਲਈ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ, ਜੇ ਤਾਂ ਸੈਂਟਰ ਲੋਕਤੰਤਰੀ ਪਰੰਪਰਾਵਾਂ ਦੀ ਥੋੜ੍ਹੀ ਜਿਹੀ ਬਹੁਤੀ ਇੱਜ਼ਤ ਕਰੂਗਾ ਫਿਰ ਤਾਂ ਇੱਥੇ ਸ਼ਾਂਤੀ ਹੋ ਸਕਦੀ ਹੈ। ਜੇ ਸੈਂਟਰ ਕਹੇ ਕਿ ਅਸੀਂ ਵੱਡੇ ਹਾਂ ਇਸ ਲਈ ਤੁਹਾਨੂੰ ਸਾਡੇ ਨਾਲ ਚੱਲਣਾ ਪਏਗਾ, ਮਜਬੂਰੀ ਵੀ, ਫਿਰ ਇਹ ਲੜਾਈ ਖਤਮ ਨਹੀਂ ਹੋ ਸਕਦੀ। ਉਨੀ ਦੇਰ ਤੱਕ ਜਾਂ ਤਾਂ ਅਸੀਂ ਮਿਟ ਜਾਾਂਗੇ ਤੇ ਜਾਂ ਅਸੀਂ ਆਜ਼ਾਦ ਹੋ ਜਾਵਾਂਗੇ। ਪ੍ਰੋਫੈਸਰ ਸਾਹਿਬ, ਕੀ ਇਹਦਾ ਹੱਲ ਖਾਲਿਸਤਾਨੀ ਹੈ? ਇਹ ਤੋਂ ਬਿਨਾਂ ਨਹੀਂ ਕੋਈ ਹੱਲ ਹੋ ਸਕਦਾ? ਹਰ ਮਸਲੇ ਤੇ ਜਦੋਂ ਵੀ ਗੱਲ ਉੱਠਦੀ ਹੈ ਖਾਲਿਸਤਾਨੀ, ਕੋਈ ਬਾਹਰੋਂ NRI ਕੋਈ ਨਾ ਕੋਈ ਬਿਆਨ ਇਹੋ ਜਿਹਾ ਦੇ ਦਿੰਦਾ, ਜਾਂ ਬਾਹਰ ਦੀਆਂ ਜਿਹੜੀਆਂ ਸੰਸਥਾਵਾਂ ਨੇ, ਤੁਸੀਂ ਦੇਖਿਆ ਹੋਣਾ ਕਿ ਆਪਾਂ ਨਾਮ ਤਾਂ ਨਹੀਂ ਲੈਂਦੇ, ਉਹ ਕੋਈ ਇਹੋ ਜਿਹਾ ਸ਼ਗੂਫਾ ਛੱਡ ਦਿੰਦੀਆਂ ਨੇ। ਇੱਥੇ ਪੰਜਾਬ ਦੇ ਵਿੱਚ ਲੋਕਾਂ ਦੇ ਅੰਦਰ ਸਹਿਮ ਜਿਹਾ ਪੈਦਾ ਹੋ ਜਾਂਦਾ ਵੀ ਕੀ ਪਤਾ ਲੱਗਦਾ ਫਿਰ ਉਹੀ ਮੂਵਮੈਂਟ ਆਏ, ਲੋਕਾਂ ਨੂੰ 84 ਦਿਖਣ ਲੱਗ ਜਾਂਦੀ ਹੈ, ਲੋਕਾਂ ਨੂੰ ਉਹ ਹਾਲਾਤ ਦਿਖਣ ਲੱਗ ਜਾਂਦੇ ਨੇ ਜੋ ਦਿੱਲੀ ਦੇ ਵਿੱਚ ਹੋਏ। ਲੋਕ ਕਹਿੰਦੇ ਨੇ ਕਿ ਕੱਲ ਉਹ ਹਾਲ ਨਾ ਹੋਵੇ ਜਿਹੜਾ ਅਸੀਂ ਪਹਿਲਾਂ ਸਮਿਆਂ ਦੇ ਵਿੱਚ ਹੰਢਾ ਚੁੱਕੇ ਹਾਂ। ਬਹੁਤ ਪੀੜ੍ਹੀ ਸਾਡੀ ਖਤਮ ਹੋ ਚੁੱਕੀ ਹੈ, ਕਿੰਨਾ ਹਜ਼ਾਰਾਂ ਦਾ ਕਤਲੇਆਮ ਹੋਇਆ, ਉਹ ਚੀਜ਼ਾਂ ਨਹੀਂ ਪਾਲਦੇ ਲੋਕ। ਤਾਂ ਚਾਹੁੰਦੇ ਨੇ ਅਸੀਂ ਅੱਗੇ ਵਧੀਏ, ਇਸ ਤੋਂ ਹੁਣ ਅੱਗੇ ਸੋਚੀਏ। ਪਰ ਕੀ ਲੱਗਦਾ ਤੁਹਾਨੂੰ ਕਿ ਖਾਲਿਸਤਾਨ ਹੀ ਰਹਿ ਗਿਆ ਸਾਰਾ ਕੁਝ? ਦੇਖੋ, ਤੁਹਾਡੇ ਸਵਾਲ ਦੇ ਵਿੱਚ 2-3 ਸਵਾਲ ਨੇ। ਇੱਕ ਤਾਂ ਤੁਸੀਂ ਪੁੱਛਿਆ ਕਿ ਹੁਣ ਖਾਲਿਸਤਾਨ ਹੁਣ ਨਹੀਂ, ਖਾਲਿਸਤਾਨ ਦੀ ਇੱਕ ਸੀਮਾ ਸੀਗੀ। ਅਸੀਂ ਲੋਕਤੰਤਰੀ ਤਰੀਕੇ ਨਾਲ ਇਸ ਦੇਸ਼ ਤੋਂ ਅਨੰਦਪੁਰ ਦੇ ਮਤੇ ਤੇ ਧਰਮ ਯੁੱਧ ਮੋਰਚੇ ਦੇ ਰਾਹੀਂ ਮੰਗਾਂ ਮਨਵਾ ਰਹੇ ਸੀ ਆਪਣੀਆਂ, ਜਿਹੜੇ ਕਿ ਹਰ ਇੱਕ ਦਾ ਅਧਿਕਾਰ ਹੈ। ਜਦੋਂ ਸਾਨੂੰ ਇੱਕ ਮਨਸੂਬੇ ਤਹਿਤ ਅੱਤਵਾਦੀ ਕਹਿ ਕੇ ਸਾਡਾ ਦਰਬਾਰ ਸਾਹਿਬ ਢਾਤਾ, ਫਿਰ ਉਸ ਵਕਤ ਦੇ ਸਾਡੇ ਲੀਡਰ ਨੇ ਜੋ ਹੁਕਮ ਕੀਤਾ ਹੈ ਉਹ ਬੜਾ ਸੋਚ ਸਮਝ ਕੇ ਕੀਤਾ ਕਿ ਜੇ ਦਰਬਾਰ ਸਾਹਿਬ ਵੀ ਇੰਡੀਅਨ ਮਿਲਟਰੀ ਅਟੈਕ ਕਰੂਗੀ ਫਿਰ ਖਾਲਿਸਤਾਨ ਦੀ ਨੀਂਹ ਰੱਖੀ। ਭਾਵ ਉਸ ਵਕਤ ਹੋਰ ਸਾਰੇ ਹੀਲੇ ਵਸੀਲੇ ਖਤਮ ਹੋ ਗਏ ਤਾਂ ਸਾਨੂੰ ਇਹ ਲੱਗਿਆ ਤੇ ਲੱਗ ਰਿਹਾ ਅੱਜ ਵੀ ਕਿ ਖਾਲਿਸਤਾਨ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ। ਜਿਹੜਾ ਜਿੱਦਾਂ ਤੁਸੀਂ ਕਿਹਾ ਵੀ ਲੋਕ ਇਹ ਸੋਚਦੇ ਨੇ ਕਿ ਦਿੱਲੀ ਵਰਗੇ ਕਤਲੇਆਮ ਦੁਬਾਰਾ ਨਾ ਹੋ ਜਾਣ, ਉਦਾਹਰਨ ਦੇ ਤੌਰ ਤੇ, ਪਰ ਦੂਜੇ ਪਾਸੇ ਮੇਰਾ ਸਵਾਲ ਇਹ ਹੈ ਕਿ ਦਿੱਲੀ ਵਰਗੇ ਕਤਲੇਆਮ ਨੂੰ ਅੱਜ ਜਿਹੜਾ ਦਿਨ ਹੈ, ਅੱਜ 36 ਸਾਲ ਹੋ ਗਏ। 36 ਸਾਲ ਬਾਅਦ ਹਰ ਇੱਕ ਦਾਨਸ਼ਵਰ ਇਨਸਾਨ, ਸਿੱਖ ਵੀ ਤੇ ਬਾਕੀ ਵੀ, ਇਹ ਲਫ਼ਜ਼ ਤਾਂ ਬਾਰ-ਬਾਰ ਕਹਿੰਦੇ ਨੇ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਜੇ ਕਿਸੇ ਨਾਲ ਕੌਮੀ ਤੌਰ ਤੇ ਨਸਲਕੁਸ਼ੀ ਵੀ ਤੁਸੀਂ ਪਲੈਨਿੰਗ ਤੌਰ ਤੇ ਕਰੋ ਤੇ ਫਿਰ ਤੁਸੀਂ ਉਹਨੂੰ ਇਨਸਾਫ ਵੀ ਨਾ ਦਿਓ ਤਾਂ ਕੀ ਗਰੰਟੀ ਹੈ ਕਿ ਅਗਲੇ ਸਾਲ ਫਿਰ ਤੁਸੀਂ ਉਹ ਕਰੋਗੇ ਕਿ ਨਹੀਂ ਕਰੋਗੇ? ਜੇ ਅਸੀਂ ਡਰਦੇ ਹਾਂ ਜਾਂ ਸਾਡੇ ਕੁਝ ਲੋਕ ਡਰਦੇ ਨੇ ਤਾਂ ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਸਾਨੂੰ ਕੀ ਗਰੰਟੀ ਹੈ ਕਿ 2-4 ਸਾਲ ਬਾਅਦ ਫਿਰ ਸਾਡੇ ਨਾਲ ਇਹੋ ਜਿਹੀ ਕੋਈ ਘਟਨਾ ਦਾ ਬਹਾਨਾ ਬਣਾ ਕੇ ਫਿਰ ਸਾਡੀਆਂ ਧੀਆਂ ਨਾਲ ਉਹੀ ਕੁਝ ਹੋਊਗਾ, ਫਿਰ ਸਾਡੇ ਜਦਾਦਾਂ ਨਾਲ ਉਹੀ ਕੁਝ ਹੋਊਗਾ। ਉਸ ਤੋਂ ਚੰਗਾ ਇਹ ਹੈ ਕਿ ਫੈਸਲਾ ਹੀ ਕਰ ਲਈਏ, ਜਾਂ ਤਾਂ ਸਾਨੂੰ ਅੱਡ ਮੁਲਕ ਦੇ ਦਿਓ ਜਾਂ ਦੱਸੋ ਕਿ ਕੋਈ ਕੌਮ ਜਦੋਂ ਇਸ ਸੰਦਰਭ ਦੇ ਵਿੱਚੋਂ ਨਿਕਲ ਰਹੀ ਹੋਵੇ ਜਿਹਨੂੰ ਮਾਰ-ਮਾਰ ਮਾਨਸਿਕ ਤੇ ਸਰੀਰਕ ਤੌਰ ਤੇ ਤੁਹਾਡੇ ਆਰਿਆਂ ਦੇ ਥੱਲੋਂ ਲੰਘਣਾ ਪੈਂਦਾ ਹੋਵੇ ਤਾਂ ਫਿਰ ਉਹ ਕੀ ਕਰੇ? ਹੋਰ ਕਿੰਨੀਆਂ ਆਪਾਂ ਦਹਾਕੇ ਲਾਈਏ ਜਾਂ ਸਦੀਆਂ ਲਾਈਏ ਜਾਂ ਆਸ ਹੀ ਛੱਡ ਦਈਏ ਕਿ ਕਦੋਂ ਤੱਕ ਮੁੱਕ ਜਾਏਗਾ ਇਹ ਸੰਘਰਸ਼, ਕਦੋਂ ਤੱਕ ਇਹ ਸਾਰੇ ਵਖਰੇਵੇਂ ਖਤਮ ਹੋ ਜਾਣਗੇ? ਹਾਲਾਤ ਜਦੋਂ ਦੇਸ਼ ਬਣਦੇ ਨਾ, ਇਹ ਕੱਲ੍ਹ ਵੀ ਮੁੱਕ ਸਕਦਾ ਹੈ, ਇਹਨੂੰ ਸਦੀ ਵੀ ਲੱਗ ਸਕਦੀ ਹੈ। ਯਹੂਦੀ ਆਪਣੇ ਦੇਸ਼ ਇਜ਼ਰਾਈਲ ਚੋਂ ਉਠਾ ਦਿੱਤੇ ਗਏ, ਸਾਰੀ ਦੁਨੀਆ 'ਚ ਖੰਡਾ ਦਿੱਤੇ ਗਏ। ਉਹਨਾਂ ਨੂੰ ਮੁੜ ਕੇ ਆਪਣੇ ਦੇਸ਼ ਆਉਣ ਲਈ 1800 ਸਾਲ ਲੱਗੇ ਸੀ ਸੁਖਵਿੰਦਰ ਸਿੰਘ ਜੀ। ਅੱਜ ਯਹੂਦੀ ਇਜ਼ਰਾਈਲ 'ਚ ਦੇਸ਼ ਦੇ ਵਿੱਚ ਰਹਿੰਦੇ ਨੇ, ਪਰ ਬਹੁਤੀ ਗਿਣਤੀ ਉਹਨਾਂ ਦੀ ਦੁਨੀਆ ਭਰ 'ਚ ਰਹਿੰਦੀ ਹੈ। ਪਰ ਉਹਨਾਂ ਨੇ ਆਪਣੀ ਨੌਲੇਜ ਦੇ ਸਿਰ ਤੇ, ਆਪਣੇ ਸਰਮਾਏ ਦੇ ਸਿਰ ਤੇ ਅੱਜ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਪਲੈਨਿੰਗ ਜਿਹੜੀ ਹੈ ਉਹ ਯਹੂਦੀ ਕੌਮ ਕੋਲ ਹੈ। ਪਰ ਮੈਂ ਇਹ ਨਹੀਂ ਕਹਿੰਦਾ, ਮੈਂ ਇਹ ਜ਼ਰੂਰ ਉਹਨਾਂ ਤੋਂ ਸਿੱਖਦਾ ਕਿ ਜਿਸ ਕੌਮ ਦੀ ਮੈਂ ਗੱਲ ਕਰਦਾ ਉਹ ਪੜ੍ਹਾਈ ਪੱਖੋਂ ਬਹੁਤ ਪਿੱਛੇ ਹੈ, ਉਹਨੂੰ ਪੜ੍ਹਾਈ ਕਰਨੀ ਚਾਹੀਦੀ ਹੈ। ਉਹਨੂੰ ਆਪਣੇ ਆਰਥਿਕ ਵਸੀਲੇ ਜਿਹੜੇ ਨੇ ਉਹਨਾਂ ਨੂੰ ਡਿਵੈਲਪ ਵੀ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਹੱਕਾਂ ਦੇ ਲਈ ਲੜਨਾ ਵੀ ਚਾਹੀਦਾ, ਜਿਵੇਂ ਅੱਜ ਲੜ ਰਹੇ ਹਾਂ ਅਸੀਂ।
ਸੋ ਇਹ ਕਈ ਗੱਲਾਂ ਨੇ, ਬੋਲੀ ਬਚਾਉਣੀ ਚਾਹੀਦੀ ਹੈ, ਖਿੱਤਾ ਬਚਾਉਣਾ ਚਾਹੀਦਾ, ਆਪਣਾ ਧਰਮ ਦੀ ਮੌਲਿਕਤਾ ਬਚਾਉਣੀ ਚਾਹੀਦੀ ਹੈ। ਲੀਡਰ ਜੇ ਅਗਵਾਈ ਕੋਈ ਕਰੇ ਤਾਂ ਹੀ ਹੈ ਨਾ, ਇੱਥੇ ਤਾਂ ਕੋਈ ਲੀਡਰ ਨਜ਼ਰ ਨਹੀਂ ਆਉਂਦਾ, ਹਰ ਕੋਈ ਆਪੋ ਆਪਣੀ ਡਫਲੀ ਵਜਾਉਂਦਾ। ਇਹ ਫਿਰ ਮੈਨੂੰ ਆਪਣੇ ਇਤਿਹਾਸ 'ਚ ਜਾਣਾ ਪਏਗਾ। ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਸੁਰਗਵਾਸ ਹੋ ਰਹੇ ਨੇ ਜੀ, ਉੱਥੋਂ 3 ਜਾਂ 4 ਦਿਨਾਂ 'ਚ ਉਸ ਜ਼ਮਾਨੇ ਦੇ ਹਿਸਾਬ ਨਾਲ ਤੁਰ ਕੇ ਜਾਂ ਘੋੜਿਆਂ ਤੇ ਉਹ ਕਹਿੰਦੇ ਨੇ ਬਾਬਾ ਬਕਾਲੇ ਹੈ ਜੀ। ਬਾਬਾ ਬਕਾਲਾ ਜਿਹੜਾ ਹੈ ਆ ਅੰਮ੍ਰਿਤਸਰ ਦੇ ਬਾਹਰਲੇ ਪਾਸੇ ਹੈ ਰਈਏ ਦੇ ਨਾਲ, ਉਹ ਦੂਰੀ ਕੋਈ 400 ਕਿਲੋਮੀਟਰ ਬਣਦੀ ਹੈ। ਉਹ 400 ਕਿਲੋਮੀਟਰ ਜਦੋਂ ਸੁਨੇਹਾ ਲੈ ਕੇ ਆਇਆ ਸਿੰਘ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਹਿਤਾ ਵੀ ਬਕਾਲੇ ਬੈਠੇ ਨੇ ਅਗਲੇ ਗੁਰੂ, ਉਸ ਵਕਤ ਵੀ 4 ਦਿਨਾਂ ਵਿੱਚ ਹੀ 22 ਮੰਜੀਆਂ ਬਾਹਰ ਬਹਿ ਗਈਆਂ ਸੀਗੀਆਂ। ਉਹ ਸਾਰੇ ਸੋਢੀ ਸੀ ਜੀ, ਬਿਲਕੁਲ। ਗੁਰੂ ਤੇਗ ਬਹਾਦਰ ਸਾਹਿਬ ਤਾਂ ਅੰਦਰ ਸੀ, ਹੈ ਉੱਥੇ ਹੀ ਸੀ ਜੀ ਜੀ। ਤਾਂ ਦਾਅਵੇ ਇਹ ਜਿਹੜਾ ਤੁਸੀਂ ਲੀਡਰਾਂ ਦੀ ਗੱਲ ਕੀਤੀ ਹੈ, ਇਹ ਤਾਂ ਪੈਗੰਬਰਾਂ ਤੱਕ ਚਲੀ ਜਾਂਦੀ ਹੈ ਗੱਲ ਜੀ, ਬਿਲਕੁਲ। ਇਹ ਜਿਹੜਾ ਖੁਆਰ ਹੋਏ ਸਭ ਮਿਲਾਂਗੇ। ਜਦੋਂ ਅੱਜ ਸਾਨੂੰ ਕੁਝ ਅਕਲ ਆ ਰਹੀ ਹੈ, ਅੱਜ ਕਿਸਾਨੀ ਘੋਲ ਚੱਲ ਰਿਹਾ ਹੈ, ਅੱਜ ਤੋਂ 10 ਸਾਲ ਪਹਿਲਾਂ ਵੀ ਕਿਸਾਨ ਸੁਸਾਈਡ ਕਰ ਰਹੇ ਸੀ, ਉਦੋਂ ਕਿਉਂ ਨਹੀਂ ਚੱਲਿਆ? ਜਦੋਂ ਜਿਹਾ ਜੀ ਤੁਹਾਡੀ ਕੌਮ ਨੂੰ, ਮੇਰੀ ਕੌਮ ਨੂੰ, ਪੰਜਾਬੀ ਕੌਮ ਨੂੰ ਅਕਲ ਆਊਗੀ ਕਿ ਸਾਨੂੰ ਸਾਡੇ ਤੋਂ ਹੀ ਮਰਵਾਇਆ ਜਾ ਰਿਹਾ ਹੈ, ਉਦੋਂ ਉਹ ਸਾਰੇ ਹੁਣ ਆ ਤੁਸੀਂ ਦੇਖਿਆ ਨਹੀਂ ਵਿਧਾਨ ਸਭਾ 'ਚ ਨਾ ਸੁਖਬੀਰ ਚਾਹੁੰਦਾ ਸੀ, ਨਾ ਆਪ ਚਾਹੁੰਦੀ ਸੀ ਕਿ ਅਸੀਂ ਕਾਂਗਰਸ ਨਾਲ ਚੱਲੀਏ, ਪਰ ਹਾਲਾਤ ਚੇਤਨਤਾ ਨੇ ਇੰਨਾ ਮਜਬੂਰ ਕਰਤਾ ਕਿ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਰਿਹਾ। ਇਸੇ ਤਰ੍ਹਾਂ ਹੀ ਪੰਜਾਬੀ ਕੌਮ ਅੱਜ ਜਿੰਨੀ ਸਮਝੀ ਹੈ ਉਸ ਤੋਂ ਵੱਧ ਅਸੀਂ ਸਮਝਾਉਣਾ ਚਾਹੁੰਦੇ ਹਾਂ। ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਜਿੰਦੇ ਜੀ ਕੋਈ ਐਸਾ ਹੱਲ ਨਿਕਲ ਜਾਵੇ ਜਿਹਦੇ ਨਾਲ ਪੰਜਾਬੀ, ਸਿੱਖ, ਹਿੰਦੂ, ਮੁਸਲਮਾਨ, ਈਸਾਈ, ਜੈਨੀ, ਬੋਧੀ ਸਾਰੇ ਇੱਕ ਖਿੱਤੇ ਦੇ ਤੌਰ ਤੇ ਫਿਰ ਮੁੜ ਕੇ ਖੁਸ਼ਹਾਲ ਹੋ ਜਾਣ ਇਜ਼ਰਾਈਲ ਵਾਂਗ, ਜਿਵੇਂ ਇਹ ਪਹਿਲਾਂ ਸੀ। ਜੀ, ਸ਼ੁਕਰੀਆ, ਧੰਨਵਾਦ ਪ੍ਰੋਫੈਸਰ ਸਾਹਿਬ ਸਾਨੂੰ ਸਮਾਂ ਦੇਣ ਦੇ ਲਈ। ਸੋ ਸਾਡੇ ਨਾਲ ਮੌਜੂਦ ਸਨ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਪ੍ਰੋਫੈਸਰ ਮਹਿੰਦਰਪਾਲ ਸਿੰਘ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ ਕਿ ਆਖਿਰਕਾਰ ਕਦੋਂ ਤੱਕ ਸਿੱਖਾਂ ਦਾ ਸੰਘਰਸ਼ ਜਿਹੜਾ ਉਹ ਚੱਲਦਾ ਰਹੇਗਾ, ਕਿਉਂ ਜਿਹੜੇ ਉਹ ਸਿੱਖ ਲਗਾਤਾਰ ਵੱਖਰੇ ਆਪਣੇ ਮੁਲਕ ਦੀ ਮੰਗ ਕਰਨ ਲੱਗਦੇ ਨੇ, ਕਿਉਂ ਖਾਲਿਸਤਾਨ ਦੀਆਂ ਮੰਗਾਂ ਉੱਠਦੀਆਂ ਨੇ, ਕਿਉਂ ਲਗਾਤਾਰ ਲਹਿਰਾਂ ਪੈਦਾ ਹੁੰਦੀਆਂ। ਤੇ ਉਸ ਤੋਂ ਬਾਅਦ ਸਵਾਲ ਇਹੀ ਉੱਠਦਾ ਹੈ ਕਿ ਸਿੱਖਾਂ ਨੂੰ ਹੁਣ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਕੇ ਸਿੱਖਿਅਕ ਤੌਰ ਤੇ ਵੀ ਮਜ਼ਬੂਤ ਹੋਣਾ ਪਵੇਗਾ, ਆਰਥਿਕ ਤੌਰ ਤੇ ਵੀ ਮਜ਼ਬੂਤ ਹੋਣਾ ਪਵੇਗਾ, ਦਿਮਾਗੀ ਤੌਰ ਤੇ ਉਹ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਇਤਿਹਾਸ ਬਾਰੇ ਪਤਾ ਲੱਗੇ, ਤਾਂ ਹੀ ਅੱਗੇ ਜਾ ਕੇ ਜਿਹੜਾ ਉਹ ਸਿੱਖ ਹੋਰ ਅੱਗੇ ਵੱਧ ਸਕਦੇ ਨੇ ਤੇ ਆਪਣੇ ਸੰਘਰਸ਼ ਵਿੱਚ ਕਾਮਯਾਬ ਹੋ ਸਕਦੇ ਨੇ। ਸਰਕਾਰਾਂ ਨੂੰ ਵੀ ਚਾਹੀਦਾ ਹੈ, ਭਾਵੇਂ ਉਹ ਕੇਂਦਰ ਦੀਆਂ ਹੋਣ, ਉਹਨਾਂ ਨੂੰ ਵੀ ਚਾਹੀਦਾ, ਸੂਬੇ ਦੀਆਂ ਸਰਕਾਰਾਂ ਨੂੰ ਵੀ ਚਾਹੀਦਾ ਕਿ ਇੱਕ ਵੱਖਰਾਪਨ ਜਿਹੜਾ ਮਹਿਸੂਸ ਕਰਾਇਆ ਜਾਂਦਾ ਉਹ ਨਾ ਕਰਵਾਇਆ ਜਾਵੇ। ਉਹ ਅਧਿਕਾਰ, ਉਹ ਹੱਕ ਜਿਹੜੇ ਉਹ ਮੰਗਦੇ ਨੇ ਉਹ ਹਰ ਇੱਕ ਕੌਮ ਦੇ ਲਈ ਜੋ ਜ਼ਰੂਰੀ ਨੇ ਉਹ ਦਿੱਤੇ ਜਾਣ, ਕਿਸੇ ਨੂੰ ਦੱਬਿਆ ਤੇ ਕੁਚਲਿਆ ਨਾ ਜਾਵੇ। ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ? ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।